ਸਾਹਿਬਾ ਕੌਣ ਜਾਣੈ ਗੁਣ ਤੇਰੇ। ਤਟ ਤੀਰਥ ਹਮ ਨਾਉ ਖੰਡ ਦੇਖੈ, ਤਟ ਤੀਰਥ ਹਮ ਨਾਉ ਖੰਡ ਦੇਖੈ, ਹਟ ਪਟਣ ਬਾਜ਼ਾਰਾ, ਹਟ ਪਟਣ ਬਾਜ਼ਾਰਾ, ਲੈ ਕੇ ਤਕੜੀ ਤੋਲਣ ਲਾਗਾ, ਲੈ ਕੇ ਤਕੜੀ ਤੋਲਣ ਲਾਗਾ, ਘਟ ਹੀ ਮੈਂ ਬਣ ਜਾਰਾ, ਘਟ ਹੀ ਮੈਂ ਬਣ ਜਾਰਾ। ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ, ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ। ਕਦੇ ਨ ਜਾਣੀ ਆਉ ਗੁਣ ਮੇਰੇ, ਕਦੇ ਨ ਜਾਣੀ ਆਉ ਗੁਣ ਮੇਰੇ। ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ, ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ। ਜੀਤਾ ਸਮੁੰਦ ਸਾਗਰ ਨੀਰ ਭਰਿਆ, ਜੀਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ, ਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਲ ਪਾਵੋ, ਦਇਆ ਕਰੋ ਕਿਛ ਮੇਲ ਪਾਵੋ। ਡੁੱਬਦੇ ਪੱਥਰ ਤਾਰੇ, ਡੁੱਬਦੇ ਪੱਥਰ ਤਾਰੇ। ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ, ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ। ਕਦੇ ਨ ਜਾਣੀ ਆਉ ਗੁਣ ਮੇਰੇ, ਕਦੇ ਨ ਜਾਣੀ ਆਉ ਗੁਣ ਮੇਰੇ। ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ, ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ। ਜਿਹੜਾ ਅਗਨ ਬਰਾਬਰ ਤਪੈ, ਭੀਤਰ ਬਗੈ ਕਾਤੇ। ਜਿਹੜਾ ਅਗਨ ਬਰਾਬਰ ਤਪੈ, ਭੀਤਰ ਬਗੈ ਕਾਤੇ।
ਪਛਾਣੈ। ਪ੍ਰਣਵਤ ਨਾਨਕ ਹੁਕਮ ਪਛਾਣੈ। ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ। ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ, ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ। ਕਦੇ ਨ ਜਾਣੀ ਆਓ ਗੁਣ ਮੇਰੇ, ਕਦੇ ਨ ਜਾਣੀ ਆਓ ਗੁਣ ਮੇਰੇ। ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ ਤੇਰੇ। ਵਾਹਿਗੁਰੂ ਜੀ। ਤੇਗ ਬਹਾਦਰ ਸਿਮਰਿਐ ਕਰ ਨਾਨਕ ਆਵੈ ਤਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ। ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਏ ਜਿਸ ਡਿਠੇ ਸਭ ਬੁਝਾਏ। ਤੇਗ ਬਹਾਦਰ ਸਿਮਰਿਐ ਕਰ ਨਾਨਕ ਆਵੈ ਤਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਸਿਰ ਸ਼ਾਹਾਂ ਪਾਤਸ਼ਾਹੋ ਨਿਹਚਲ ਚੌਰ ਛਤ। ਵੱਡੇ ਵੱਡਾ ਪਰ ਤੇਰਾ ਮਰਤਬਾ। ਰੰਗ ਪ੍ਰਾਂਤ ਅਨੇਕ ਜਪਨ ਕਰਤਵਾ। ਜੀਆਂ ਅੰਦਰ ਜੀਉ ਸਭ ਜਾਣ ਲਾ। ਸਭ ਤੇਰੇ ਵਸ ਤੇਰਾ ਕਰਪਲਾ। ਤੇਰੇ ਖੜੇ ਆਨੰਦ ਵਧਾਈ ਤੁਧ ਘਰ। ਮਾਨ ਮਹਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦੇਸੈ ਜਪ ਕਥਾ। ਨਾਨਕ ਦਾਸਨ ਦਾਤ ਆਗੈ ਬਿਨਵਤਾ। ਤੇਰਾ ਨਾਮ ਸਤ ਹੈ ਵਾਹਿਗੁਰੂ ਜੀ। ਪੌੜੀ ਵੱਡੀਆਂ ਵੱਡਾ ਪਾਰ ਤੇਰਾ ਮਰਤਵਾ। ਰੰਗ ਪ੍ਰੰਗ ਅਨੇਕਨ ਜਪਨ ਕਰਤਵਾ। ਜੀਆਂ ਅੰਦਰ ਜੀਉ ਸਭ ਕੀ ਜਾਲਾ। ਸਭ ਕੀ ਤੇਰੇ ਵਸ ਤੇਰਾ ਕਰਪਲਾ। ਤੇਰੇ ਕਰਨ ਆਨੰਦ ਵਧਾਏ ਤੁਧ ਕਰ। ਮਾਨ ਮਹੱਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਤ ਕਤਾ। ਨਾਨਕ ਦਾਸਨ ਦਾਤ, ਨਾਨਕ ਦਾਸਨ ਦਾਤ ਤੁਧ ਆਗੈ ਬਿਨਵਤਾ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਏ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਤੇ ਧਰਮ ਹਦੂਰ। ਧਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਸਿਮਰੋ ਅੰਗਦ ਦੁਖ ਸ੍ਰੀ ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਸ੍ਰੀ ਗੁਰੂ ਅਰਜਨ ਬਿਘਨ ਨਾਨਕ ਨਾਸਕ ਬਿਘਨ ਨਾਨਕ ਸ੍ਰੀ ਗੁਰੂ ਹਰਿਗੋਬਿੰਦ ਸ਼ੁਭ ਸੁਮਤ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨੋ ਤੇਗ ਬਹਾਦਰ ਪਰਮ ਕਿਰਪਾਲ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰ ਪਰ ਪਨ ਪਨ ਸੇ ਸਾਜੀ ਪਨ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੁਨ ਸਭ ਨਰ ਗੁਰ ਕੇ ਬਚਨ ਪਾਏ ਭਜਨ ਰਤ ਸੋਏ। ਆਤਮ ਗਿਆਨ ਵਿਚਾਰਈ ਜਿਸ ਤੇ ਸਭ ਸੁਖ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਈ। ਐਸੇ ਦੀਨ ਦਇਆਲ ਪਾਤਸ਼ਾਹ ਪਰਉਪਕਾਰੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਾਵਰ ਛਤਰ ਤਖਤ ਦੇ ਮਾਲਕ ਸਰਵਰੇ ਕਾਇਨਾਤ ਗੁਰਤਾ ਗੱਦੀ ਤੇ ਬਿਰਾਜਮਾਨ ਰਾਜਾਨ ਰਾਜਪਾਨ ਆਨ ਪਾਨ ਦੇਵਾਨ ਦੇਵ ਉਪਮਾ ਮਹਾਨ ਐਸੇ ਦੀਨ ਦਇਆਲ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ
ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪਹਿਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਕੀ ਪਿਆਰੀ, ਗੁਰੂ ਕੀ ਸਵਾਰੀ, ਗੁਰੂ ਖਾਲਸਾ ਸਤ ਸੰਗਤ ਜੀਓ। ਵਡਭਾਗੀ ਹਰ ਸੰਗਤ ਪਾਵਹਿ, ਭਾਗਹੀਨ ਪ੍ਰਮ ਚੋਟਾਂ ਖਾਵਹਿ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵੱਡੇ ਭਾਗ ਹਨ ਜੋ ਵੱਡੇ ਭਾਗਾਂ ਦਾ ਸਦਕਾ ਸਤਿਗੁਰੂ ਪਾਤਸ਼ਾਹ ਜੀ ਦੀ ਸੰਗਤ ਕਰਨ ਦਾ, ਚਰਨਾਂ ਵਿੱਚ ਜੁੜਨ ਦਾ, ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਨਿਤਾ ਪ੍ਰਤ ਗੁਰ ਚਰਨਾਂ ਦੇ ਵਿੱਚ ਜੁੜਦੇ ਹੋ, ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਪਰਸਦਿਆਂ ਹੋਇਆ ਤੁਰਕੀ ਬਾਣੀ, ਅਕਾਲੀ ਬਾਣੀ ਦੇ ਸ਼ਬਦ ਕੀਰਤਨ, ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਨੂੰ ਸਰਵਣ ਕਰਕੇ ਮਨੁੱਖਾ ਜੀਵਨ ਦਾ ਲਾਹਾ ਪ੍ਰਾਪਤ ਕਰਦੇ ਹੋ। ਬਹੁਤ ਹੀ ਪਿਆਰ ਦੇ ਨਾਲ ਗੁਰੂ ਕੇ ਕੀਰਤਨੀਏ ਰੱਬੀ ਬਾਣੀ ਦੇ ਸ਼ਬਦ ਕੀਰਤਨ ਗਾਇਨ ਕਰ ਰਹੇ ਸਨ। ਆਪ ਸਮੁੱਚੀਆਂ ਸੰਗਤਾਂ ਪ੍ਰੇਮ ਵਿੱਚ ਭਿੱਜ ਕਰਕੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਨ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੋ ਜਿਨ੍ਹਾਂ ਦਾ ਨਿਵਾਸ ਕਰਤਾਰਪੁਰ ਸਾਹਿਬ ਹੈ, ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਕੀਰਤੀ, ਮਹਾਨ ਸਤਿਗੁਰੂ ਪਾਤਸ਼ਾਹ ਜੀ ਦਾ ਸੁਜਸ ਚਾਰੇ ਪਾਸੇ ਫੈਲਿਆ। ਸਤਿਗੁਰੂ ਜੀ ਦੇ ਅੰਮ੍ਰਿਤ ਵੇਲੇ ਦੀਵਾਨ ਸਜਦੇ, ਰੱਬੀ ਬਾਣੀ ਦੇ ਸ਼ਬਦ ਕੀਰਤਨ ਗਾਇਨ ਹੁੰਦੇ, ਉਪਰੰਤ ਸ਼ਬਦ ਦੀ ਵਿਚਾਰ ਹੁੰਦੀ। ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਸੁਣ ਕਰਕੇ ਦੂਰ ਦੂਰ ਤੋਂ ਚੱਲ ਕਰਕੇ ਗੁਰੂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚਦੀਆਂ, ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਪਰਸਦੀਆਂ, ਨਤਮਸਤਕ ਹੁੰਦੀਆਂ। ਇਨ੍ਹਾਂ ਸੰਗਤਾਂ ਦੇ ਵਿੱਚ ਇੱਕ ਬਾਲਕ, ਉਹ ਵੀ ਰੋਜ਼ ਚੱਲ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਹੈ। ਛੋਟੀ ਉਮਰ, ਹਰ ਰੋਜ਼ ਆਉਣਾ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ, ਸੰਗਤ ਕਰਨੀ, ਦੀਵਾਨ ਦੀ ਸਮਾਪਤੀ ਉਪਰੰਤ ਉੱਠ ਕੇ ਚਲੇ ਜਾਣਾ। ਬੜੇ ਪ੍ਰੇਮ ਵਿੱਚ ਭਿੱਜ ਕਰਕੇ, ਬੜੇ ਸੁਰਤ ਦਾ ਟਿਕਾ ਬਣਾ ਕਰਕੇ, ਇਕਾਗਰਤਾ ਬਣਾ ਕੇ ਗੁਰੂ ਕੀ ਬਾਣੀ ਦੇ ਕੀਰਤਨ, ਗੁਰੂ ਕਾ ਉਪਦੇਸ਼ ਸਰਵਨ ਕਰਨਾ। ਇਹਦੀ ਅਵਸਥਾ ਵੇਖ ਕਰਕੇ ਇੱਕ ਦਿਨ ਪੁੱਛਿਆ, ਇਸ ਬਾਲਕ ਨੂੰ ਰੋਕਿਆ ਗਿਆ, ਬਾਲਕ ਤੇਰੀ ਉਮਰ ਬਹੁਤ ਛੋਟੀ ਹੈ, ਇਸ ਉਮਰ ਦੇ ਵਿੱਚ ਬੱਚਿਆਂ ਨੂੰ ਖੇਡ ਨਾਲ ਪ੍ਰੀਤ ਹੁੰਦੀ ਹੈ, ਤੂੰ ਛੋਟੀ ਉਮਰ ਵਿੱਚ ਸਤ ਸੰਗਤ ਵਿੱਚ ਚੱਲ ਕੇ ਆਉਣਾ ਹੈ। ਤਾਂ ਬਾਲਕ ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਜੀ, ਇੱਕ ਦਿਨ ਘਰ ਦੇ ਵਿੱਚ ਮਾਤਾ ਜੀ ਨੇ ਚੁੱਲ੍ਹੇ ਵਿੱਚ ਅੱਗ ਬਾਲਣ ਦੇ ਵਾਸਤੇ ਕਿਹਾ। ਮੈਂ ਜਿਹੜੀਆਂ ਮੋਟੀਆਂ ਲੱਕੜਾਂ ਸਨ, ਵੱਡੀਆਂ ਲੱਕੜਾਂ, ਉਹ ਚੁੱਲ੍ਹੇ ਵਿੱਚ ਰੱਖ ਕੇ ਅੱਗ ਬਾਲਣ ਦਾ ਯਤਨ ਕੀਤਾ, ਪਰ ਉਹ ਮੋਟੀਆਂ ਲੱਕੜਾਂ ਨੇ ਅੱਗ ਨਹੀਂ ਪਕੜੀ। ਫਿਰ ਮਾਤਾ ਜੀ ਨੇ ਸਮਝਾਇਆ,
ਕਹਿਣ ਲੱਗੇ ਕਿ ਬੇਟਾ ਇਹ ਪਹਿਲਾਂ ਮੋਟੀਆਂ ਲੱਕੜਾਂ ਬਾਹਰ ਕੱਢ, ਛੋਟੀਆਂ ਲੱਕੜਾਂ ਬਰੀਕ ਲੱਕੜਾਂ ਲੈ ਕੇ ਉਹ ਰੱਖ ਕੇ ਉਹਨਾਂ ਨੂੰ ਅੱਗ ਲਾਉਣਾ ਕਰ, ਫਿਰ ਅੱਗ ਬਲੇਗੀ। ਤੇ ਪਾਤਸ਼ਾਹ ਮੈਂ ਉਸੇ ਤਰ੍ਹਾਂ ਕੀਤਾ। ਜਦੋਂ ਮੈਂ ਵੱਡੀਆਂ ਲੱਕੜਾਂ ਬਾਹਰ ਕੱਢ ਕੇ ਛੋਟੀਆਂ ਰੱਖ ਕੇ ਅੱਗ ਲਾਉਣ ਦਾ ਯਤਨ ਕੀਤਾ, ਅੱਗ ਲਾਈ ਤਾਂ ਤੁਰਤ ਉਸੇ ਵੇਲੇ ਜਿਹੜੀ ਅੱਗ ਸੀ ਉਹ ਬਲ ਗਈ। ਛੋਟੀਆਂ ਲੱਕੜਾਂ ਨੇ ਅੱਗ ਜਿਹੜੀ ਸੀ ਉਹ ਫੜ ਲਈ। ਉਥੋਂ ਮਨ ਵਿੱਚ ਇਹ ਖਿਆਲ ਆਇਆ ਕਿ ਅੱਗ ਤੇ ਕਾਲ ਦੋਵੇਂ ਇੱਕ ਰੂਪ ਨੇ। ਨਾ ਅੱਗ ਲਿਹਾਜ਼ ਕਰਦੀ ਹੈ, ਉਹ ਲੱਕੜਾਂ ਭਾਵੇਂ ਛੋਟੀਆਂ ਹੋਣ ਭਾਵੇਂ ਵੱਡੀਆਂ ਹੋਣ ਸਾੜ ਕੇ ਸੁਆਹ ਕਰ ਦਿੰਦੀ ਹੈ। ਇਸੇ ਤਰ੍ਹਾਂ ਕਾਲ ਹੈ, ਮੌਤ ਹੈ, ਉਹ ਵੀ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਉਮਰ ਭਾਵੇਂ ਛੋਟੀ ਹੋਵੇ, ਜਵਾਨੀ ਦੀ ਹੋਵੇ, ਬਜ਼ੁਰਗੀ ਦੀ ਹੋਵੇ, ਉਹ ਬਚਪਨ ਨਹੀਂ ਵੇਖਦਾ, ਜਵਾਨੀ ਨਹੀਂ ਵੇਖਦਾ, ਕਿਸੇ ਦਾ ਲਿਹਾਜ਼ ਨਹੀਂ ਕਰਦਾ। ਤਾਂ ਹੀ ਤੇ ਸਾਹਿਬ ਜੀ ਗੁਰਬਾਣੀ ਦੇ ਵਿੱਚ ਬਚਨ ਆਪਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ। ਆਪਾਂ ਸ਼ਬਦ ਪੜ੍ਹਦੇ ਆ, ਐਸੋ ਇਹ ਸੰਸਾਰ ਪੇਖਣਾ ਰਹਿ ਨਾ ਕੋ ਪਹੀਆ ਰੇ, ਸੂਧੇ ਸੂਧੇ ਰੇਗ ਚਲੋ ਤੁਮ ਨਦਰ ਕੋ ਧੱਕਾ ਦਵਈਆ ਰੇ, ਬਾਰੇ ਬੂਢੇ ਤਰੁਣੇ ਭਈਆ ਸਭ ਹੂ ਜਮ ਲੈ ਜਈਆ ਰੇ। ਉਹ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦਾ। ਫਿਰ ਖਿਆਲ ਆਇਆ ਕਿ ਹੋ ਸਕਦਾ ਕਿ ਕੱਲ ਮੇਰੀ ਛੋਟੀ ਉਮਰ ਹੈ, ਮੌਤ ਕਦੋਂ ਆ ਜਾਵੇ। ਤੇ ਜੋ ਮਨੁੱਖਾ ਜੀਵਨ ਦਾ ਪ੍ਰਯੋਜਨ ਹੈ, ਜਿਸ ਕਰਕੇ ਇਹ ਸਰੀਰ ਪ੍ਰਾਪਤ ਹੋਇਆ ਹੈ, ਕਿਤੇ ਅਜਾਈ ਹੱਥੋਂ ਇਹ ਅਵਸਰ ਚਲਾ ਜਾਏ, ਇਹ ਜੀਵਨ ਸਫਲ ਨਾ ਹੋ ਸਕੇ, ਇਹ ਵਿਚਾਰ ਲੈ ਕਰਕੇ ਉਸ ਦਿਨ ਤੋਂ ਮੈਂ ਆਪ ਜੀ ਦੀ ਸੰਗਤ ਵਿੱਚ ਆਉਣਾ ਸ਼ੁਰੂ ਕੀਤਾ। ਆਪ ਜੀ ਦੀ ਸੰਗਤ ਵਿੱਚ ਜੁੜਦਾ ਹਾਂ, ਸ਼ਬਦ ਨਾਲ ਗੁਰਬਾਣੀ ਨਾਲ ਜੁੜਦਾ ਹਾਂ, ਤਾਂ ਕਿ ਮੇਰਾ ਇਹ ਜੀਵਨ ਜਿਹੜਾ ਸਫਲ ਹੋ ਸਕੇ। ਸਤਿਗੁਰੂ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ ਇਸ ਬਾਲਕ ਤੇ। ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ, ਜਨਮ ਮਰਨ ਤੋਂ ਮੁਕਤ ਕੀਤਾ, ਬਖਸ਼ਿਸ਼ਾਂ ਦੇ ਨਾਲ ਨਿਹਾਲ ਕੀਤਾ। ਇਸ ਤਰ੍ਹਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਵੀ ਉਚਾਰਨ ਕਰਕੇ ਸਲੋਕ ਦੇ ਦੁਆਰਾ ਉਪਦੇਸ਼ ਦੇ ਕਰਕੇ ਸਮਝਾਉਣਾ ਕੀਤਾ ਕਿ ਇਹ ਜਿਹੜਾ ਜੀਵ ਹੈ, ਇਹ ਜਿਹੜੀ ਜਿੰਦ ਆ, ਉਹ ਮਛਲੀ ਦੀ ਨਿਆਈ ਹੈ ਤੇ ਤ੍ਰਿਸ਼ਨਾ ਰੂਪੀ ਜਾਲ ਦੇ ਵਿੱਚ ਫਸਿਆ ਹੋਇਆ ਮਨੁੱਖ। ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ, ਉਹ ਇਸ ਗੱਲ ਤੋਂ, ਉਹਨੂੰ ਇਸ ਗੱਲ ਦੀ ਕੋਈ ਚਿੰਤਾ ਜਾਂ ਫਿਕਰ ਨਹੀਂ, ਅਚਿੰਤ ਹੈ। ਉਹ ਨਹੀਂ ਜਾਣਦੀ ਕਿ ਪਤਾ ਨਹੀਂ ਕਦੋਂ ਮੇਰੇ ਤੇ ਮਾਛੀ ਨੇ, ਮਛੇਰੇ ਨੇ ਆ ਕੇ ਜਾਲ ਪਾ ਲੈਣਾ ਤੇ ਮੈਨੂੰ ਪਕੜ ਲੈਣਾ। ਉਹ ਇਸ ਗੱਲ ਦਾ ਖਿਆਲ ਮਨ ਵਿੱਚੋਂ ਕੱਢ ਕਰਕੇ ਪਾਣੀ ਵਿੱਚ ਰਹਿ ਕੇ ਆਨੰਦ ਮਾਣਦੀ ਹੈ, ਉਹਦੇ ਨਾਲ ਪ੍ਰੀਤ ਪਾਈ ਰੱਖਦੀ ਹੈ, ਉਹ ਸਮੇਂ ਨੂੰ ਧਿਆਨ ਵਿੱਚ ਨਹੀਂ ਰੱਖਦੀ। ਲਾਲਚ ਵਸ ਹੋਈ ਮਛੇਰੇ ਦੇ ਵਸ ਪੈ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖ ਵੀ ਤ੍ਰਿਸ਼ਨਾ ਦੇ ਵਿੱਚ ਫਸਿਆ ਹੋਇਆ, ਤ੍ਰਿਸ਼ਨਾ ਰੂਪੀ ਜਾਲ ਦੇ ਵਿੱਚ ਫਸਿਆ ਹੋਇਆ, ਕਾਲ ਦੇ ਵਸ ਵਿੱਚ ਪੈ ਜਾਂਦਾ ਹੈ। ਜਿਹੜਾ ਇਹ ਮਨੁੱਖਾ ਜਨਮ ਦੁਰਲੱਭ ਹੈ, ਮਾਨਸ ਜਨਮ ਦੁਰਲੱਭ ਗੁਰਮੁਖ ਪਾਇਆ, ਇਹਨੂੰ ਅਜਾਈ ਗਵਾ ਕਰਕੇ ਸੰਸਾਰ ਤੋਂ ਚਲਾ ਜਾਂਦਾ ਹੈ। ਤੇ ਜਿਨ੍ਹਾਂ ਤੇ ਸਾਹਿਬ ਆਪਣੀ ਨਜ਼ਰ ਕਰ ਦੇਵੇ, ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜਿਸ ਤੂੰ ਜਾਣ ਆਏ ਹੈ ਸੋਈ ਜਨ ਜਾਣਾ, ਉਹ ਭਾਵੇਂ ਉਮਰ ਕੋਈ ਵੀ ਹੋਵੇ। ਕਈਆਂ ਨੂੰ ਛੋਟੀ ਉਮਰ ਦੇ ਵਿੱਚ ਇਹ ਕਿਰਪਾ ਦੇ ਪਾਤਰ ਬਣ ਜਾਂਦੇ ਨੇ, ਉਹਦੀ ਨਜ਼ਰ ਹੋ ਜਾਂਦੀ ਹੈ। ਛੋਟੀ ਉਮਰ ਵਿੱਚ ਉਹ ਭਗਤੀ ਰੂਪ ਮਾਰਗ ਤੇ ਤੁਰ ਪੈਂਦੇ ਨੇ, ਨਾਮ ਸਿਮਰਨ ਵਿੱਚ ਜੁੜ ਜਾਂਦੇ ਨੇ, ਸਤਸੰਗਤ ਕਰਦੇ ਨੇ। ਕਈਆਂ ਦੀ ਜਵਾਨੀ ਦੀ ਉਮਰਾਂ ਵੀ ਲੰਘ ਜਾਂਦੀ ਹੈ, ਬੁਢੇਪੇ ਵਿੱਚ ਜਾ ਕੇ ਖਿਆਲ ਆਉਂਦਾ ਹੈ। ਤਾਂ ਨਜ਼ਰ ਹੈ ਜਦੋਂ ਸਤਿਗੁਰ ਕਰ ਦੇਣ, ਜਦੋਂ ਗੁਰੂ ਕੋਲ ਚੱਲ ਕੇ ਆਵਾਂਗੇ, ਗੁਰੂ ਸਾਹਿਬ ਰਹਿਮਤ ਕਰਨਗੇ, ਕਿਰਪਾ ਕਰਨਗੇ, ਫਿਰ ਆਪਣੀ ਦ੍ਰਿਸ਼ਟੀ ਪਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਸਦਾ ਲਈ ਆਪਣੇ ਨਾਲ ਮੇਲ ਲੈਂਦੇ ਹਨ। ਸੋ ਆਓ
ਸਤਿਗੁਰੂ ਪਾਤਸ਼ਾਹ ਜੀ ਕਰਤਾਰਪੁਰ ਆ ਰਹੀਆਂ ਸਮੂਹ ਸੰਗਤਾਂ ਨੂੰ ਪਾਵਨ ਉਪਦੇਸ਼ ਦੇ ਕਰਕੇ ਤਾਰ ਰਹੇ ਨੇ ਉਸ ਅਕਾਲ ਪੁਰਖ ਪਰਮੇਸ਼ਰ ਨਾਲ ਜੋੜਦੇ ਤੇ ਸੰਗਤਾਂ ਗੁਰੂ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਸੁਣ ਕਰਕੇ ਆਨੰਦਿਤ ਹੁੰਦੀਆਂ, ਪ੍ਰੇਮ ਵਿੱਚ ਭਿੱਜ ਜਾਂਦੀਆਂ। ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਸਭ ਨਰ ਗੁਰ ਕੇ ਬਚਨ, ਭਏ ਭਜਨ ਰਤ ਸੋਏ। ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਜੋ ਜੀਵਾਂ ਦੀ ਕਲਿਆਣ ਕਰਨ ਵਾਲਾ ਹੈ, ਕਲਿਆਣਕਾਰੀ ਉਪਦੇਸ਼ ਗੁਰੂ ਕੀਆਂ ਸੰਗਤਾਂ ਨੇ ਜਦੋਂ ਸਰਵਣ ਕੀਤਾ ਤੇ ਭਜਨ ਦੇ ਵਿੱਚ, ਸ਼ਬਦ ਦੇ ਵਿੱਚ, ਪ੍ਰੇਮ ਵਿੱਚ ਭਿੱਜ ਕਰਕੇ ਲੀਨ ਹੋਈਆਂ। ਸੁਰਤ ਤੇ ਸ਼ਬਦ ਦਾ ਸੁਮੇਲ ਬਣਿਆ, ਸੁਰਤ ਸ਼ਬਦ ਨਾਲ ਜੁੜੀ ਹੈ, ਭਜਨ ਵਿੱਚ ਜੁੜ ਕਰਕੇ ਪ੍ਰੇਮ ਦੇ ਵਿੱਚ ਭਿੱਜੀਆਂ ਹਨ ਸੰਗਤਾਂ। ਆਤਮ ਗਿਆਨ ਵਿਚਾਰਈ, ਜਿਸ ਤੇ ਸਭ ਸੁਖ ਹੋਏ। ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਨਿਰਮਲ ਉਪਦੇਸ਼ ਸੁਣ ਕਰਕੇ ਆਤਮ ਗਿਆਨ ਦੀ ਜਿਹੜੀ ਸੋਝੀ ਆ ਗਈ, ਉਹ ਵਿਚਾਰ ਹਿਰਦੇ ਵਿੱਚ ਪ੍ਰਗਟ ਹੋਈ। ਆਤਮ ਗਿਆਨ ਦੇ ਵਿਚਾਰ ਕੀਤੀ, ਜਿਸ ਤੇ ਸਭ ਸੁਖ ਹੋਏ। ਜਿਸ ਆਤਮ ਗਿਆਨ ਨੂੰ ਪਾ ਕਰਕੇ ਸਦੀਵੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ, ਆਤਮਿਕ ਸੁਖ ਨੂੰ ਪ੍ਰਾਪਤ ਕੀਤਾ ਹੈ। ਚੋਪਈ ਕਿਰਪਾ ਦ੍ਰਿਸ਼ਟ ਕਰ ਇਉ ਜਗ ਸਾਈ। ਕਿਰਪਾ ਦ੍ਰਿਸ਼ਟ ਜਗਤ ਦੇ ਸਾਈਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇਉਂ ਸੰਗਤਾਂ ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ, ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਨੋਜ ਅਨੇਕਨ ਭਗਤ ਦ੍ਰਿੜਾਈ। ਅਨੇਕਾਂ ਹੀ ਪੁਰਸ਼ਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਭਗਤੀ ਭਾਵ ਦ੍ਰਿੜ ਕਰਵਾਇਆ। ਭਗਤੀ ਤੇ ਮਾਰਗ ਤੇ ਤੁਰਨ ਦੀ ਪ੍ਰੇਰਣਾ ਬਖਸ਼ਿਸ਼ ਕੀਤੀ। ਭਗਤੀ ਦਾ ਜਿਹੜਾ ਮਾਰਗ ਸੀ ਉਹ ਦ੍ਰਿੜ ਕਰਵਾਇਆ ਹੈ, ਭਗਤੀ ਭਾਵ ਹਿਰਦੇ ਵਿੱਚ ਪ੍ਰਗਟ ਕੀਤਾ। ਇੱਕ ਦਿਨ ਬੈਠੇ ਜਲਦ ਬਬੇਕੂ। ਇੱਕ ਦਿਨ ਗਿਆਨ ਦੇ ਸਮੁੰਦਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬੈਠੇ ਹੋਏ ਹਨ। ਮੂਲਾ ਕੀੜ ਨਾਮ ਨਰ ਏਕੂ। ਇੱਕ ਮੂਲਾ ਕੀੜ ਜਿਹੜਾ ਉਹ ਚੱਲ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਇੱਕ ਮੂਲਾ ਖੱਤਰੀ ਹੋਇਆ, ਇੱਕ ਮੂਲਾ ਕੀੜ ਹੋਇਆ। ਇਹ ਦੋਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਗੁਰੂ ਕੇ ਸਿੱਖ ਹੋਏ। ਮੂਲਾ ਕੀੜ ਜਿਹੜਾ ਚੱਲ ਕਰਕੇ ਕਰਤਾਰਪੁਰ ਸਾਹਿਬ ਵਿਖੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਗੁਰ ਸਮੀਪ ਚੱਲ ਕੈ ਸੋ ਆਇਓ। ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਇਆ ਦਰਸ਼ਨ ਕਰਨ ਵਾਸਤੇ। ਸ਼ਾਂਤ ਭਈ ਮਨ ਦਰਸ਼ਨ ਪਾਇਓ। ਤੇ ਜਦੋਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਹਿਰਦੇ ਵਿੱਚ ਸ਼ਾਂਤੀ ਵਰਦ ਗਈ। ਹਿਰਦਾ ਸ਼ਾਂਤ ਹੋ ਗਿਆ, ਹਿਰਦੇ ਦੇ ਅੰਦਰ ਆਨੰਦ ਵਧਿਆ ਹੈ। ਔਰ ਵਿਕਾਰ ਸਭ ਨਾਸੇ ਐਸੇ। ਹਿਰਦੇ ਦੇ ਵਿੱਚ ਜਿਹੜੇ ਵਿਕਾਰ ਸਨ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਨਾਲ ਇਉਂ ਹਿਰਦੇ ਵਿੱਚੋਂ ਨਸ ਗਏ। ਪਾਵਸ ਹੋਤ ਜਵਾਸੋ ਜੈਸੇ। ਜਿਵੇਂ ਬਰਸਾਤ ਹੋਵੇ ਤੇ ਇੱਕ ਜਵਾਹਾ ਘਾਹ, ਉਹ ਬਰਸਾਤ ਹੋਣ ਦੇ ਨਾਲ ਸੜ ਜਾਂਦਾ ਹੈ। ਉਹ ਜਵਾਹਾ ਘਾਹ ਜਿਵੇਂ ਬਰਸਾਤ ਹੋਣ ਦੇ ਨਾਲ ਸੜਦਾ ਹੈ, ਉਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦੀਦਾਰ ਕਰਨ ਦੇ ਨਾਲ ਹਿਰਦੇ ਦੇ ਵਿੱਚੋਂ ਜਿਹੜੇ ਵਿਕਾਰ ਸਨ ਮੂਲਾ ਕੀੜ ਦੇ ਉਹ ਨਸ ਗਏ। ਬੰਦ ਹੱਥ ਬੋਲਿਓ ਇਹ ਅਰਥਾ। ਤੇ ਹੁਣ ਦੋਵੇਂ ਹੱਥ ਜੋੜੇ ਭਾਈ ਮੂਲੇ ਕੀੜ ਨੇ। ਦੋਵੇਂ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਪਾਤਸ਼ਾਹ ਮੈਂ ਕੁਝ ਆਪ ਜੀ ਦੇ ਕੋਲੋਂ ਅਰਥ ਸਮਝਣਾ ਚਾਹੁੰਦਾ ਹਾਂ, ਕਿਰਪਾ ਕਰੋ ਮੈਨੂੰ ਉਹ ਕਿਰਪਾ ਕਰਕੇ ਦੱਸਣਾ ਕਰੋ। ਮੋਏ ਬਤਾਵੋ
ਪ੍ਰਭੂ ਸਮਰੱਥਾ। ਇਹ ਸਤਿਗੁਰੂ ਪ੍ਰਭੂ ਸਵਰੂਪ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਪ ਸਮਰੱਥ ਹੋ। ਸਮਰੱਥ ਪ੍ਰਭੂ ਜੀ ਕਿਰਪਾ ਕਰਕੇ ਮੈਨੂੰ ਉਹ ਅਰਥ ਜੋ ਮੈਂ ਆਪ ਜੀ ਦੇ ਕੋਲੋਂ ਜਾਣਨ ਵਾਸਤੇ ਆਇਆ ਉਹ ਦੱਸਣਾ ਕਰੋ। ਚੰਚਲ ਚੀਤ ਨ ਜਾਏ ਤਮਾਸ਼ੇ। ਪਾਤਸ਼ਾਹ ਜੀ ਇਹ ਜਿਹੜਾ ਚਿੱਤ ਹੈ, ਜਿਹੜਾ ਮਨ ਬਹੁਤ ਚੰਚਲ ਹੈ, ਇਹ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚੋਂ ਨਿਕਲਦਾ ਹੀ ਨਹੀਂ। ਮਨ ਦੌੜਿਆ ਫਿਰਦਾ ਪਾਤਸ਼ਾਹ, ਦੁਨੀਆ ਦੇ ਰੰਗ ਤਮਾਸ਼ੇ ਨੂੰ ਬਹੁਤ ਚੰਗੇ ਲੱਗਦੇ ਨੇ, ਦੁਨੀਆ ਦੇ ਉਹਨਾਂ ਰੰਗ ਤਮਾਸ਼ਿਆਂ ਦੇ ਵਿੱਚੋਂ ਜਿਹੜਾ ਇਹ ਮਨ ਹੈ ਉਹ ਨਹੀਂ ਨਿਕਲਦਾ। ਜੂਏ ਜਾਏ ਨਾ ਖੇਲੇ ਪਾਸੇ। ਹੁਣ ਜੂਆ ਖੇਲਣ ਵਾਲੇ ਪਾਸੇ ਤੋਂ ਨਹੀਂ ਹਟਦਾ। ਸੰਸਾਰ ਦੇ ਵਿੱਚ ਵੇਖਦੇ ਆ ਮਨੁੱਖ ਜੂਏ ਨੂੰ ਬੜਾ ਪ੍ਰੇਮ ਕਰਦੇ ਨੇ, ਸਾਰਾ ਦਿਨ ਜਿਹੜਾ ਜੂਏ ਵਿੱਚ ਲੰਘ ਜਾਂਦਾ, ਸਾਰੀ ਉਮਰਾਂ ਜੂਆ ਖੇਡਦੇ ਆ ਬੀਤ ਜਾਂਦੀ ਹੈ। ਇਸ ਪ੍ਰਕਾਰ ਦੇ ਨਾਲ ਪਾਤਸ਼ਾਹ ਜੀ ਕਦੀ ਮਨ ਜੂਏ ਵਾਲੇ ਪਾਸੇ ਦੌੜਦਾ ਹੈ, ਕਦੀ ਮਨ ਦੁਨੀਆ ਦੇ ਰੰਗ ਤਮਾਸ਼ਿਆਂ ਵੱਲ ਦੌੜਦਾ ਹੈ। ਪਾਰ ਬ੍ਰਹਮ ਸੁਨ ਕੈ ਗੁਣ ਖਾਨੀ। ਤੇ ਪਾਰ ਬ੍ਰਹਮ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਗੁਨਾਹ ਦੇ ਖਾਨ ਸੁਣ ਕਰਕੇ ਬੋਲੇ, ਕਹਿਣ ਲੱਗੇ ਕਿਰਪਾ ਦ੍ਰਿਸ਼ਟ ਪਿਖ ਬੋਲੇ ਬਾਣੀ। ਕਿਰਪਾ ਦ੍ਰਿਸ਼ਟੀ ਪਾ ਕਰਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਪੂਰਬ ਯੁਗ ਜੋ ਬੀਤ ਗਏ। ਕਹਿਣ ਲੱਗੇ ਹੇ ਭਾਈ ਮੁੱਲਾ ਜੀ, ਜਿਹੜੇ ਪਹਿਲੇ ਯੁੱਗ ਬਤੀਤ ਹੋਏ ਹਨ, ਜਿਹੜੇ ਪਹਿਲੇ ਯੁੱਗ ਲੰਘੇ ਹਨ, ਤਿਨ ਮੈਂ ਭੂਪ ਅਨੇਕ ਪਾਏ ਹੈ। ਉਹਨਾਂ ਯੁੱਗਾਂ ਦੇ ਵਿੱਚ ਅਨੇਕਾਂ ਹੀ ਰਾਜੇ ਹੋਏ। ਜਿਹੜੇ ਪਹਿਲਾ ਯੁੱਗ ਲੰਘੇ, ਸਤਯੁਗ, ਤ੍ਰੇਤਾ, ਦੁਆਪਰ, ਉਹਨਾਂ ਯੁੱਗਾਂ ਦੇ ਵਿੱਚ ਅਨੇਕਾਂ ਹੀ ਰਾਜ ਕਰਨ ਵਾਲੇ ਜਿਹੜੇ ਰਾਜੇ ਹੋਏ ਹਨ। ਮਨ ਚੰਚਲ ਵੇਸ਼ਵਾ ਜਬ ਪੇਖੀ। ਉਹਨਾਂ ਦੇ ਮਨ ਚੰਚਲ ਸਨ, ਉਹਨਾਂ ਦੇ ਚੰਚਲ ਮਨ ਵੇਸਵਾ ਵਾਲੇ ਪਾਸੇ ਨੂੰ ਦੌੜਦੇ, ਵੇਸਵਾ ਦਾ ਨਾਚ ਵੇਖਣਾ ਜਿਹੜਾ ਉਹ ਕਰਦੇ ਹਨ। ਕਾਮ ਕੀ ਲੋਐ ਚਾਹੇ ਬਿਸ਼ੇਖੀ। ਉਹਨਾਂ ਦਾ ਮਨ ਕਾਮ ਦੀਆਂ ਕੇਲਾਂ ਵੇਖਣ ਵਿੱਚ ਪਰਚਿਆ ਰਹਿੰਦਾ। ਸਾਰਾ ਦਿਨ ਵੇਸਵਾ ਦਾ ਨਾਚ ਕਰਾਉਣਾ, ਕਾਮ ਦੀਆਂ ਕੇਲਾਂ ਵੇਖਣੀਆਂ, ਉਹ ਕੇਲਾਂ ਦੇ ਵਿੱਚ, ਖੇਡਾਂ ਦੇ ਵਿੱਚ ਜਿਹੜਾ ਸਾਰਾ ਦਿਨ ਉਹਨਾਂ ਦਾ ਮਨ ਪਰਚਿਆ ਰਹਿੰਦਾ। ਰੋਕਿਓ ਰੁਕਤ ਨ ਕਿਸੂ ਪ੍ਰਕਾਰਾ। ਉਹ ਇਹਦੇ ਵਿੱਚ ਇੰਨੇ ਜ਼ਿਆਦਾ ਲੀਨ ਹੋ ਚੁੱਕੇ ਸਨ, ਇਹਦੇ ਵਿੱਚ ਇੰਨੇ ਕੁ ਡੁੱਬ ਚੁੱਕੇ ਸਨ ਕਿ ਉਹਨਾਂ ਨੂੰ ਰੋਕਣ ਦਾ ਵੀ ਯਤਨ ਕਰੀਏ ਤਾਂ ਵੀ ਉਹ ਰੁਕਦੇ ਨਹੀਂ ਸਨ। ਉਹਨਾਂ ਦਾ ਮਨ ਇਸ ਤਰ੍ਹਾਂ ਦੇ ਨਾਲ ਇਹ ਕੇਲਾਂ ਵਿੱਚ ਜਿਹੜਾ ਸੀ ਉਹ ਰੁੱਝਿਆ ਹੋਇਆ ਸੀ ਕਿ ਉਹ ਰੋਕਣ ਦੇ ਬਾਵਜੂਦ ਵੀ ਰੁਕਦੇ ਨਹੀਂ ਸਨ। ਮਿਲਤੇ ਆਪਨ ਜਨਮ ਜਗ ਹਾਰਾ। ਇਸ ਤਰ੍ਹਾਂ ਦੇ ਨਾਲ ਦੁਨੀਆ ਦੇ ਰੰਗ ਤਮਾਸ਼ੇ ਵੇਖਦੇ ਆ, ਕਾਮ ਕੇਲ ਵੇਖਦਿਆਂ ਹੋਇਆ ਆਪਣਾ ਜਿਹੜਾ ਇਹ ਜੀਵਨ ਸੀ, ਮਨੁੱਖਾ ਜਨਮ, ਉਹ ਹਾਰ ਕੇ ਸੰਸਾਰ ਤੋਂ ਚਲੇ ਗਏ। ਇਹ ਮਨੁੱਖਾ ਜਨਮ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਰਨ ਲਈ ਮਿਲਿਆ, ਉਹਦਾ ਸਿਮਰਨ ਕਰਨ ਦੇ ਲਈ ਮਿਲਿਆ, ਜਿਹਦੇ ਬਾਬਲ ਸਾਹਿਬ ਜੀ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪਰਾਣੀ। ਪ੍ਰਾਣੀ ਤੋਂ ਆਇਓ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੇ ਚੱਲੀ ਰਹਿਣ। ਤੂੰ ਆਇਆ ਤੇ ਸੰਸਾਰ ਵਿੱਚੋਂ ਲਾਹਾ ਲੈਣ ਵਾਸਤੇ ਆ ਮਨੁੱਖ, ਪਰ ਉਹ ਲਾਹਾ ਨਹੀਂ ਖਟਿਆ, ਪਰਮੇਸ਼ਰ ਦਾ ਭਜਨ ਨਹੀਂ ਕੀਤਾ, ਸੰਗਤ ਨਹੀਂ ਕੀਤੀ, ਕਾਮ ਵਾਸ਼ਨਾ ਵਿੱਚ ਪਏ ਰਹੇ, ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਪੈ ਕੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਕੇ ਸੰਸਾਰ ਤੋਂ ਚਲੇ ਗਏ। ਧਰਮ ਛੀਨ ਹੋਏ ਪਾਏ ਸਜਾਈ। ਤੇ ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਧਰਮ ਜਿਹੜਾ ਸੀ ਉਹ ਨਾਸ਼ ਹੋ ਗਿਆ। ਜਿਹੜਾ ਧਰਮ ਕਮਾਉਣਾ ਸੀ ਉਹ ਨਹੀਂ ਕਮਾਇਆ ਤੇ ਜਮਾ ਦੇ ਵਸ ਪੈ ਕਰਕੇ ਫਿਰ ਉਹ ਸਜ਼ਾਵਾਂ ਉਹਨਾਂ ਨੇ ਪ੍ਰਾਪਤ ਕੀਤੀਆਂ। ਪਰਿਓ ਨਰਕ ਮੈਂ ਬੋ ਬਿਲ ਲਾਈ। ਤੇ ਨਰਕਾਂ ਦੀ ਅੱਗ ਦੇ ਵਿੱਚ ਉਹਨਾਂ ਨੂੰ ਸੁੱਟਿਆ ਗਿਆ। ਨਰਕਾਂ ਦੇ ਵਿੱਚ ਜਦੋਂ ਸੁੱਟਿਆ ਗਿਆ, ਨਰਕਾਂ ਦੇ ਵਿੱਚ ਪੈ ਕਰਕੇ ਫਿਰ ਜਿਹੜਾ ਹੈ ਉਹ ਬਹੁਤ ਬਿਲਲਾਈ ਵਿਰਲਾਪ ਕਰਦੇ ਰਹੇ। ਜਾਂ ਤੇ ਤੈਂ ਕੋ ਦੇਖੇ ਨਾਈ। ਇਸ ਕਰਕੇ ਇਹਨੂੰ ਐਸੇ ਜਿਹੜੇ ਦੁਨੀਆ ਦੇ ਰੰਗ ਤਮਾਸ਼ੇ ਨੇ, ਕਾਮ ਕੇਲਾ ਆਦਿਕ ਜਿਹੜੀਆਂ ਨੇ, ਪਾਤਸ਼ਾਹ ਕਹਿਣ ਲੱਗੇ ਮਨੁੱਖ ਨੂੰ ਉਹ ਵੇਖਣੀਆਂ ਨਹੀਂ ਚਾਹੀਦੀਆਂ।
ਇਹਦੇ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਮਨੁੱਖ ਨੂੰ ਇਹ ਦੁਨੀਆ ਦੇ ਰੰਗ ਤਮਾਸ਼ੇ ਨਹੀਂ ਵੇਖਣੇ ਚਾਹੀਦੇ। ਸਮਾਂ ਬਿਤਾਵੇਂ ਸਤ ਸੰਗ ਮਾਈ। ਆਪਣਾ ਸਮਾਂ ਕਿੱਥੇ ਬਿਤਾਉਣਾ ਹੈ? ਸਤ ਸੰਗਤ ਵਿੱਚ ਜੁੜ ਕਰਕੇ, ਜਿੱਥੇ ਸਤ ਦੀ ਵਿਚਾਰ ਹੈ, ਜਿੱਥੇ ਸਤ ਦੀ ਗੱਲ ਹੈ, ਜਿੱਥੇ ਸਤ ਦਾ ਨਾਮ ਜਪਿਆ ਜਾਂਦਾ ਹੈ, ਜਿੱਥੇ ਸਤ ਨਾਲ ਜੋੜਿਆ ਜਾਂਦਾ ਹੈ, ਐਸੀ ਉਹ ਸਤ ਸੰਗਤ ਦੇ ਵਿੱਚ ਜੁੜ ਕਰਕੇ ਆਪਣਾ ਸਮਾਂ ਬਤੀਤ ਕਰਨਾ ਚਾਹੀਦਾ ਹੈ। ਖੇਲੇ ਜੂਪ ਭੂਪ ਜੇ ਹੋਏ। ਤੇ ਜਿਹੜੇ ਰਾਜੇ ਹੋਏ, ਹੁਣ ਕਈ ਰਾਜੇ ਤਾਂ ਸਾਰੀ ਉਮਰ ਕਾਮ ਚੇਸ਼ਟਾ ਵਿੱਚ ਲੱਗੇ ਰਹੇ, ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਲੱਗਿਆ ਉਹਨਾਂ ਨੇ ਆਪਣਾ ਜਨਮ ਗਵਾ ਲਿਆ। ਉਹਨਾਂ ਵਿੱਚੋਂ ਕੁਝ ਜਿਹੜੇ ਰਾਜੇ ਸਨ, ਉਹਨਾਂ ਦੀ ਸਾਰੀ ਉਮਰ ਜੂਆ ਖੇਡਦਿਆਂ ਲੰਘ ਗਈ, ਉਹ ਜੂਆ ਖੇਡਣ ਦੇ ਵਿੱਚ ਲੱਗੇ ਰਹੇ। ਪਰੀ ਆਪਦਾ ਦਾਰੁਨ ਰੋਏ। ਤੇ ਜਦੋਂ ਆਪਦਾ ਪਈ, ਸਾਰਾ ਕੁਝ ਜੂਏ 'ਚ ਹਾਰ ਗਏ, ਫਿਰ ਉਦੋਂ ਰੋਣਾ ਪਿਆ। ਸਾਰਾ ਕੁਝ, ਪਾਂਡਵ ਵੀ ਜਦੋਂ ਸਾਰਾ ਕੁਝ ਹਾਰ ਗਏ, ਦਾਅ ਤੇ ਲਾ ਦਿੱਤਾ, ਤੇ ਬਾਅਦ ਵਿੱਚ ਪਛਤਾਉਣਾ ਜਿਹੜਾ ਸੀ, ਪਛਤਾਵਾ ਕੇਵਲ ਪੱਲੇ ਵਿੱਚ ਰਹਿ ਗਿਆ। ਕਹਿਣ ਲੱਗੇ ਕਿ ਉਹ ਰਾਜੇ ਜੂਏ ਵਿੱਚ ਹਾਰ ਕਰਕੇ ਸਾਰਾ ਕੁਝ ਆਪਣਾ ਗਵਾ ਲਿਆ, ਤੇ ਉਸ ਦੇ ਨਾਲ ਭਿਆਨਕ ਸੰਕਟ ਜਿਹੜਾ, ਉਹ ਦੁੱਖ ਦੀ ਘੜੀ ਭੀੜਾ ਉਹਨਾਂ ਤੇ ਆਣ ਬਣੇ। ਇਨਕੋ ਤਿਆਗੇ ਜੋ ਸਿੱਖ ਹੋਏ। ਜਿਹੜਾ ਗੁਰੂ ਕਾ ਸਿੱਖ ਹੈ, ਉਹ ਜੂਏ ਦਾ ਤਿਆਗ ਕਰੇ, ਉਹਨੇ ਜੂਏ ਵਾਲੇ ਪਾਸੇ ਨਹੀਂ ਜਾਣਾ, ਜੂਏ ਦਾ ਖਿਆਲ ਵੀ ਮਨ ਵਿੱਚ ਨਹੀਂ ਲਿਆਉਣਾ। ਗੁਰੂ ਕੇ ਸਿੱਖ ਨੇ ਇਸ ਤੋਂ ਬਚ ਕੇ ਰਹਿਣਾ ਹੈ। ਸੁਖ ਪਾਵੇ ਮਾਨੇ ਬਚ ਜੋਏ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਿਹੜੇ ਗੁਰੂ ਕੇ ਬਚਨ ਤੇ ਪਹਿਰਾ ਦੇਣਗੇ, ਗੁਰੂ ਦਾ ਬਚਨ ਮੰਨਣਗੇ, ਉਹ ਸਦਾ ਹੀ ਜੀਵਨ ਦੇ ਵਿੱਚ ਸੁੱਖ ਪ੍ਰਾਪਤ ਕਰਨਗੇ। ਗੁਰੂ ਕਾ ਬਚਨ ਮੰਨਣ ਦੇ ਨਾਲ ਉਹਨਾਂ ਨੂੰ ਸਦਾ ਸੁੱਖ ਦੀ ਪ੍ਰਾਪਤੀ ਹੋਵੇਗੀ। ਅਬ ਆਇਓ ਕਲ ਯੁਗ ਕੋ ਕਾਲਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹੁਣ ਕਲ ਯੁਗ ਦਾ ਸਮਾਂ ਹੈ ਭਾਈ ਮੋਲਾ ਜੀ। ਪਹਿਲੇ ਯੁੱਗ ਜਿਹੜੇ ਹੋਏ, ਉਹਨਾਂ ਵਿੱਚ ਰਾਜਿਆਂ ਨੇ ਇਹ ਕਰਮ ਕੀਤੇ। ਹੁਣ ਜੋ ਕਲ ਯੁਗ ਦਾ ਸਮਾਂ ਚੱਲ ਰਿਹਾ ਹੈ, ਗੁਰ ਸਿੱਖੀ ਪ੍ਰਗਟਾਈ ਚਾਲਾ। ਹੁਣ ਕਲ ਯੁਗ ਦੇ ਵਿੱਚ ਗੁਰਸਿੱਖਾਂ ਦੇ ਵਰਤੋਂ ਦੇ ਕਰਮਾਂ ਦਾ ਤਰੀਕਾ ਹੈ। ਗੁਰਸਿੱਖ ਨੇ ਕੀ ਕਰਮ ਕਮਾਉਣੇ ਨੇ, ਕਿਉਂਕਿ ਚੌ ਜੁਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਬਲਾਵਲ ਰਾਗ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਵੀ ਜ਼ਿਕਰ ਕਰਦੇ ਨੇ ਕਿ ਕਲਯੁਗ ਦੇ ਸਮੇਂ ਦੇ ਅੰਦਰ ਹੁਣ ਜਿਹੜੇ ਸਤਯੁਗ, ਤ੍ਰੇਤਾ ਤੇ ਦੁਆਪਰ ਤਿੰਨ ਯੁੱਗ ਨੇ, ਉਹਨਾਂ ਦਾ ਹੁਣ ਨਿਰਣਾ ਹੈ। ਉਹ ਨਿਰਣਾ ਕੀ ਹੈ ਕਿ ਕਲਯੁਗ ਦੇ ਸਮੇਂ ਦੇ ਵਿੱਚ ਨਰ ਮਨੁੱਖਾਂ ਨੂੰ ਏਕ ਨਿਧਾਨਾ, ਸ੍ਰੇਸ਼ਟ ਮਨੁੱਖਾਂ ਦੇ ਕੋਲ ਨਾਮ ਦਾ ਖਜ਼ਾਨਾ ਹੈ। ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ ਹੈ, ਪਾਤਸ਼ਾਹ ਜੀ ਕਹਿਣ ਲੱਗੇ, ਉਹ ਜੀਵਨ ਮੁਕਤ ਨੇ, ਪਰਮ ਪਦਵੀ ਨੂੰ ਪ੍ਰਾਪਤ ਕਰਦੇ ਨੇ। ਸਤਯੁਗ ਦੇ ਵਿੱਚ ਜੇ ਇੱਕ ਮਨੁੱਖ ਪਾਪ ਕਰਦਾ ਸੀ ਤੇ ਸਾਰੇ ਦੇਸ਼ ਨੂੰ ਉਹਦਾ ਫਲ ਭੁਗਤਣਾ ਪੈਂਦਾ ਸੀ। ਤ੍ਰੇਤਾ ਯੁੱਗ ਆਇਆ, ਤ੍ਰੇਤੇ ਯੁੱਗ ਦੇ ਵਿੱਚ ਜੇ ਕੋਈ ਮਨੁੱਖ ਪਾਪ ਕਰਦਾ ਸੀ ਤੇ ਪੂਰੇ ਨਗਰ ਨੂੰ, ਪੂਰੇ ਪਿੰਡ ਨੂੰ, ਉਸ ਮਹੱਲੇ ਨੂੰ ਜਿੱਥੇ ਉਹ ਰਹਿੰਦਾ ਸੀ, ਉਹਦਾ ਫਲ ਭੁਗਤਣਾ ਪੈਂਦਾ ਸੀ। ਫਿਰ ਆਇਆ ਦੁਆਪਰ, ਤੇ ਦੁਆਪਰ ਦੇ ਵਿੱਚ ਜੇ ਕੋਈ ਮਨੁੱਖ ਪਾਪ ਕਰਦਾ ਸੀ ਤੇ ਉਹਦਾ ਫਲ ਜਿਹੜਾ ਸੀ ਪੂਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਸੀ। ਹੁਣ ਕਲਯੁਗ ਦਾ ਸਮਾਂ ਹੈ। ਕਲਯੁਗ ਦੇ ਸਮੇਂ ਦੇ ਵਿੱਚ ਜਿਹੜਾ ਮਨੁੱਖ ਪਾਪ ਕਰਦਾ, ਕੇਵਲ ਉਹਨੂੰ ਹੀ ਉਹਦਾ ਫਲ ਭੁਗਤਣਾ ਪੈਂਦਾ ਹੈ। ਉਹਨਾਂ ਯੁੱਗਾਂ ਦੇ ਵਿੱਚ ਜਿਹੜਾ ਵੇਦਾਂ ਸ਼ਾਸਤਰਾਂ ਦਾ ਗਿਆਨ ਸੀ, ਉਹ ਕੇਵਲ ਬ੍ਰਾਹਮਣ ਲੈ ਸਕਦਾ ਸੀ ਤੇ ਬ੍ਰਾਹਮਣ ਅੱਗੇ ਦੇ ਸਕਦਾ ਸੀ। ਖੱਤਰੀ ਉਹ ਗਿਆਨ ਲੈ ਸਕਦਾ ਸੀ ਪਰ ਅੱਗੇ ਨਹੀਂ ਸੀ ਦੇ ਸਕਦਾ। ਤੇ ਜਿਹੜਾ ਵੈਸ ਸੀ, ਉਹ ਕੇਵਲ ਸੁਣ ਸਕਦਾ ਸੀ। ਸ਼ੂਦਰ ਨੂੰ ਕੋਈ ਹੱਕ ਨਹੀਂ ਸੀ, ਨਾ ਸੁਣ ਸਕਦਾ ਸੀ ਨਾ ਲੈ ਸਕਦਾ ਸੀ। ਜੇ ਕਿਤੇ ਕੋਲੋਂ ਲੰਘਦਿਆਂ
ਸ਼ੂਦਰ ਉਹ ਉਪਦੇਸ਼ ਨੂੰ ਸਰਵਣ ਵੀ ਕਰ ਲੈਂਦਾ, ਸੁਣ ਵੀ ਲੈਂਦਾ, ਤਾਂ ਉਹਦੇ ਕੰਨਾਂ ਦੇ ਵਿੱਚ ਸਿੱਕੇ ਢਾਲ ਕੇ ਪਾ ਦਿੱਤੇ ਜਾਂਦੇ, ਤੇ ਜੇਕਰ ਕਿਤੇ ਉਹ ਉਪਦੇਸ਼ ਸੁਣ ਕੇ ਅੱਗੇ ਦੇਣ ਦਾ ਯਤਨ ਕਰਦਾ ਤਾਂ ਉਹਦੀ ਜ਼ੁਬਾਨ ਕੱਟ ਦਿੱਤੀ ਜਾਂਦੀ। ਇਸਤਰੀਆਂ ਨੂੰ ਕੋਈ ਹੱਕ ਨਹੀਂ ਸੀ, ਭੈਣਾਂ ਨੂੰ ਕੋਈ ਹੱਕ ਨਹੀਂ ਸੀ ਕਿ ਉਹ ਵੇਦਾਂ ਸ਼ਾਸਤਰਾਂ ਦਾ ਗਿਆਨ ਲੈ ਸਕਣ, ਪੜ੍ਹ ਸਕਣ, ਸੁਣ ਸਕਣ, ਕੋਈ ਹੱਕ ਨਹੀਂ ਸੀ। ਕਲਯੁਗ ਦਾ ਸਮਾਂ ਆਇਆ, ਗੁਰੂ ਨਾਨਕ ਸਾਹਿਬ ਪਾਤਸ਼ਾਹ ਆਏ, ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆ ਕੇ ਖੱਤਰੀ, ਬ੍ਰਾਹਮਣ, ਸੂਦ, ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ। ਗੁਰੂ ਨਾਨਕ ਦੇ ਘਰ ਦੇ ਵਿੱਚ ਭਾਵੇਂ ਕੋਈ ਖੱਤਰੀ ਹੈ, ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਵੈਸ਼ ਹੈ, ਭਾਵੇਂ ਕੋਈ ਸੂਦਰ ਹੈ, ਉਹਨੂੰ ਬਰਾਬਰਤਾ ਦਾ ਦਰਜਾ ਦਿੱਤਾ ਜਾਂਦਾ। ਉਹਨੂੰ ਸਾਰਿਆਂ ਨੂੰ ਇਕਸਾਰ ਉਪਦੇਸ਼ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ। ਇਸਤਰੀਆਂ ਨੂੰ ਜਿੱਥੇ ਕੋਈ ਹੱਕ ਨਹੀਂ ਸੀ, ਉੱਥੇ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਕਿਹਾ, ਸੋ ਕਿਉ ਮੰਦਾ ਆਖੀਆ ਜਿਤ ਜੰਮੈ ਰਾਜਾਨ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰੀਏ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਭੈਣੋ, ਅੱਜ ਤੁਸੀਂ ਭਾਈਆਂ ਦੇ ਬਰਾਬਰ ਦਾ ਮਾਣ ਪ੍ਰਾਪਤ ਕਰਦੇ ਹੋ। ਗੁਰੂ ਕੀ ਸੰਗਤ ਵਿੱਚ ਜਿੱਥੇ ਵੀਰ ਜੁੜਦੇ ਨੇ, ਉੱਥੇ ਭੈਣਾਂ ਮਾਤਾਵਾਂ ਜੁੜ ਕਰਕੇ ਗੁਰੂ ਸਾਹਿਬ ਜੀ ਦਾ ਪਾਵਨ ਉਪਦੇਸ਼ ਪ੍ਰਾਪਤ ਕਰਦੀਆਂ ਨੇ। ਸਤਿਯੁਗ ਦੇ ਵਿੱਚ ਯੋਗ ਸਾਧਨਾ ਤੇ ਬਹੁਤ ਜ਼ੋਰ ਦਿੱਤਾ ਜਾਂਦਾ। ਤ੍ਰੇਤਾ ਯੁੱਗ ਆਇਆ, ਤ੍ਰੇਤੇ ਦੇ ਵਿੱਚ ਜਤ ਸਤ ਰੱਖ ਕਰਕੇ ਜਿਹੜੇ ਯੋਗ ਸਾਧਨਾ ਜਿਹੜੇ ਹੈ ਜਗ ਕਰਨੇ, ਜਗ ਕਰਨ ਉੱਤੇ ਜ਼ੋਰ ਦਿੱਤਾ ਜਾਂਦਾ। ਤੇ ਜਦੋਂ ਦੁਆਪਰ ਦਾ ਸਮਾਂ ਆਇਆ, ਦੁਆਪਰ ਦੇ ਵਿੱਚ ਤੀਰਥਾਂ ਦਾ ਰਟਨ ਕਰਨ ਦਾ ਜ਼ੋਰ ਦਿੱਤਾ ਜਾਂਦਾ, ਤੀਰਥ ਸਥਾਨਾਂ ਤੇ ਜਾਣ ਦਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲਮੈ ਕੀਰਤ ਹਰ ਨਾਮਾ। ਪਾਤਸ਼ਾਹ ਕਹਿਣ ਲੱਗੇ, ਉਹ ਉਹਨਾਂ ਜੁਗਾਂ ਦਾ ਧਰਮ ਸੀ ਜਦੋਂ ਲੋਕ ਯੋਗ ਸਾਧਨਾ ਕਰਦੇ, ਜਤ ਸਤ ਰੱਖ ਕੇ ਜਗ ਕਰਦੇ, ਤੀਰਥਾਂ ਦਾ ਰਟਨ ਕਰਦੇ, ਜਾਂ ਉਹਦੇ ਵਿੱਚ ਕਿਹੜਾ ਉਪਦੇਸ਼ ਲੈ ਸਕਦਾ, ਕਿਹੜਾ ਹੱਕਦਾਰ ਹੈ, ਕਿਹੜਾ ਨਹੀਂ, ਇਹ ਉਹਨਾਂ ਜੁਗਾਂ ਦਾ ਧਰਮ ਸੀ। ਕਲਮੈ ਕੀਰਤ ਹਰ ਨਾਮਾ। ਕਲਯੁਗ ਦੇ ਸਮੇਂ ਦੇ ਵਿੱਚ ਤਾਂ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਰਵੋਤਮ ਹੈ, ਸਭ ਤੋਂ ਉੱਤਮ ਹੈ। ਹਰ ਪ੍ਰਾਣੀ ਜਪ ਸਕਦਾ ਹੈ, ਹਰ ਪ੍ਰਾਣੀ ਉਪਦੇਸ਼ ਪ੍ਰਾਪਤ ਕਰ ਸਕਦਾ ਹੈ, ਔਰ ਸਿਮਰ ਕਰਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰ ਸਕਦਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਕਿ ਹੁਣ ਜਿਹੜਾ ਕਲਯੁਗ ਦਾ ਸਮਾਂ ਹੈ, ਉਹ ਕਲਯੁਗ ਦੇ ਸਮੇਂ ਅੰਦਰ ਗੁਰਸਿੱਖੀ ਪ੍ਰਗਟਾਈ ਚਾਲਾ, ਗੁਰਸਿੱਖੀ ਪ੍ਰਗਟ ਕਰਨ ਦੀ ਜਿਹੜੀ ਚਾਲ ਹੈ, ਸ਼ੁਭ ਕਰਮ ਕਮਾਉਣ ਦੀ, ਪਰਮੇਸ਼ਰ ਦੀ ਬੰਦਗੀ ਕਰਨ ਦਾ ਇਹ ਸਮਾਂ ਹੈ। ਸ਼ਬਦ ਪ੍ਰੇਮ ਕਰਕੇ ਮੁਖ ਗਾਵੇ। ਜਿਹੜੇ ਪ੍ਰੇਮ ਕਰਕੇ ਸ਼ਬਦ ਨਾਲ, ਜਿਹੜੇ ਸ਼ਬਦ ਨਾਲ ਪ੍ਰੇਮ ਕਰਦੇ ਨੇ, ਪਾਤਸ਼ਾਹ ਦਸਮ ਪਾਤਸ਼ਾਹ ਜੀ ਦੀ ਵੀ ਬਾਣੀ ਪੜ੍ਹਦੇ ਨਾ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਗੱਲ ਪ੍ਰੇਮ ਨਾਲ ਬਣਨੀ ਹੈ। ਜਦੋਂ ਸ਼ਬਦ ਨੂੰ, ਗੁਰੂ ਕੀ ਬਾਣੀ ਨੂੰ ਪ੍ਰੇਮ ਨਾਲ ਪੜਾਂਗੇ ਭਿੱਜ ਕੇ, ਉਦੋਂ ਗੱਲ ਬਣਨੀ ਹੈ, ਉਦੋਂ ਗੁਰੂ ਦੀ ਬਖਸ਼ਿਸ਼ ਹੋਣੀ ਹੈ, ਉਦੋਂ ਸੁਰਤ ਤੇ ਸ਼ਬਦ ਦਾ ਸੁਮੇਲ ਹੋਣਾ ਹੈ। ਮਾਫ ਕਰਨਾ, ਅੱਜ ਬਾਣੀ ਪੜ੍ਹਦੇ ਆ ਵੀ ਸਾਨੂੰ ਬਹੁਤ ਕਾਹਲ ਹੈ, ਸਾਡੇ ਕੋਲ ਸਮਾਂ ਨਹੀਂ। ਯਤਨ ਕਰਦੇ ਆ ਕਿ ਬੜੀ ਛੇਤੀ ਸਵੇਰੇ ਵੀ ਅੱਧੇ ਘੰਟੇ ਵਿੱਚ ਮੈਂ 5 ਬਾਣੀਆਂ ਦਾ ਨਿਤਨੇਮ ਕਰਦੇ ਆ। ਰਹਿਰਾਸ ਸਾਹਿਬ ਕਰਨੀ ਹੈ 5-7 ਮਿੰਟਾਂ ਵਿੱਚ ਕਰ ਲਵਾਂ। ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਤਾਂ ਕਈ ਕਹਿਣਗੇ ਜੀ 25 ਮਿੰਟ 30 ਮਿੰਟ ਵਿੱਚ ਮੈਂ ਕਰ ਲੈਣਾ। ਗੁਰੂ ਪਿਆਰ ਵਾਲਿਓ, ਪਾਤਸ਼ਾਹ ਜੀ ਨੇ ਬਾਣੀ ਪ੍ਰੇਮ ਵਿੱਚ ਭਿੱਜ ਕੇ ਪੜ੍ਹਨ ਵਾਸਤੇ ਸਾਨੂੰ ਤਾਕੀਦ ਕੀਤੀ ਹੈ। ਜੇ ਸਾਡੇ ਕੋਲ ਘੱਟ ਸਮਾਂ ਹੈ ਤਾਂ ਅਸੀਂ 6 ਅਸ਼ਟਪਦੀਆਂ ਪੜ੍ਹ ਲਈਏ, 12 ਪੜ੍ਹ ਲਈਏ, ਜਿੰਨਾ ਸਮਾਂ ਉਹਦੇ ਮੁਤਾਬਕ ਪੜ੍ਹ ਲਈਏ, ਪਰ ਪੜ੍ਹੀਏ ਪ੍ਰੇਮ ਵਿੱਚ ਭਿੱਜ ਕੇ, ਗਾ ਕੇ। ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ 5 ਬਾਣੀਆਂ ਦਾ ਨਿਤਨੇਮ ਗਾ ਕੇ ਕਰੀਏ। ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਨਾਲ ਜੁੜ ਕਰਕੇ ਜਦੋਂ ਪ੍ਰੇਮ ਵਿੱਚ ਭਿੱਜ ਕੇ ਅਸੀਂ ਬਾਣੀ ਗਾਵਾਂਗੇ, ਫਿਰ ਉਹ ਬਾਣੀ ਹਿਰਦੇ ਵਿੱਚ ਵਸੇਗੀ, ਫਿਰ ਸ਼ਬਦ ਤੇ ਸੁਰਤ ਦਾ ਸੁਮੇਲ ਹੋਣਾ ਹੈ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਿਹੜੇ ਸ਼ਬਦ ਨਾਲ ਪ੍ਰੇਮ ਕਰਕੇ ਮੁਖ ਤੋਂ ਬਾਣੀ ਗਾ ਕੇ ਪੜ੍ਹਦੇ ਨੇ, ਗਾਉਂਦੇ ਹਨ ਪ੍ਰੇਮ ਵਿੱਚ ਭਿੱਜ ਕਰਕੇ। ਧਰਮ ਕ੍ਰਿਤ ਕਰ ਕੈ ਵੰਡ ਖਾਵੇ। ਧਰਮ ਦੀ ਕਿਰਤ ਕਰਦਿਆਂ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕਾ ਭਲਾ ਮਨਾਵੇ। ਉਦਮ ਕਰਦਿਆਂ ਜੀਉ ਤੂੰ ਕਮਾਵਦਿਆਂ ਸੁਖ ਪੁੰਚ, ਧਿਆਏਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੇ ਚਿੰਤ। ਕਲਯੁਗ ਦੇ ਸਮੇਂ ਦੇ ਅੰਦਰ ਜਿਹੜਾ ਆਪਣੀ ਧਰਮ ਦੀ ਕਿਰਤ ਕਰਦਾ ਹੈ ਔਰ ਧਰਮ ਦੀ ਕਿਰਤ ਕਰਕੇ ਉਹਦੇ ਵਿੱਚੋਂ ਦੂਸਰਿਆਂ ਵਿੱਚ ਵੰਡ ਕੇ ਛਕਦਾ ਹੈ। ਗੁਰ ਸਿੱਖਨ ਕੀ ਸੇਵਾ ਕਰਈ। ਗੁਰੂ ਕੇ ਸਿੱਖਾਂ ਦੀ ਸੇਵਾ ਕਰਦਾ ਮਨ ਕਰਕੇ, ਪ੍ਰੇਮ ਵਿੱਚ ਭਿੱਜ ਕਰਕੇ ਗੁਰੂ ਕੇ ਸਿੱਖਾਂ ਦੀ ਸੇਵਾ ਕਰਦਾ ਹੈ। ਪਾਉ ਤਾਰ ਉਰ ਚਰਨ ਪਖਰਹੀ। ਤੇ ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਉਹਨਾਂ ਦੇ ਚਰਨ ਧੋਂਦਾ ਗੁਰੂ ਕੇ ਸਿੱਖਾਂ ਦੇ। ਪਾਤਸ਼ਾਹ ਕਹਿਣ ਲੱਗੇ ਧਰਮ ਦੀ ਕਿਰਤ ਕਰਨ ਵਾਲਾ ਹੋਵੇ, ਵੰਡ ਕੇ ਛਕਣ ਵਾਲਾ ਹੋਵੇ, ਗੁਰੂ ਕੇ ਸਿੱਖਾਂ ਦੀ ਸੇਵਾ ਕਰਨ ਦਾ ਮਨ ਅੰਦਰ ਚਾਅ ਹੋਵੇ ਤੇ ਗੁਰੂ ਕੇ ਸਿੱਖਾਂ ਦੇ ਚਰਨ ਧੋਵੇ। ਨਗਨ ਵਸਤਰ ਦੇ ਭੋਜਨ ਭੂਖਾ। ਕੋਈ ਉਹਦੇ ਕੋਲ ਚੱਲ ਕੇ ਆ ਜਾਏ ਤੇ ਉਹਦਾ ਤਨ ਢੱਕੇ ਨਗਨ ਹੋਵੇ, ਉਹਦੇ ਤਨ ਤੇ ਵਸਤਰ ਨਾ ਹੋਣ, ਉਹਨੂੰ ਤਨ ਢੱਕਣ ਵਾਸਤੇ ਵਸਤਰ ਦੇਵੇ। ਤੇ ਜੇ ਕੋਈ ਪੇਟ ਤੋਂ ਭੁੱਖਾ ਹੋਵੇ ਤੇ ਉਹਨੂੰ ਪ੍ਰੇਮ ਦੇ ਨਾਲ ਭੋਜਨ ਤਿਆਰ ਕਰਕੇ ਛਕਾਉਣਾ ਕਰੇ। ਸ਼ਬਦ ਵਿਚਾਰ ਲਏ ਉਰ ਸੂਖਾ। ਸ਼ਬਦ ਦੀ ਵਿਚਾਰ ਕਰਕੇ, ਸ਼ਬਦ ਦੇ ਵਿਚਾਰ ਨਾਲ ਜੁੜੇ। ਸਾਹਿਬ ਜੀ ਵੀ ਗੁਰਬਾਣੀ ਵਿੱਚ ਕਹਿੰਦੇ ਨੇ ਡਿਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਆਪਾਂ ਆਉਂਦੇ ਆ ਗੁਰੂ ਸਾਹਿਬ ਕੋਲ ਚੱਲ ਕੇ, ਜੇ ਕੇਵਲ ਮੱਥਾ ਟੇਕਣ ਤੱਕ ਸੀਮਤ ਰਹਿ ਗਏ, ਮੱਥਾ ਟੇਕਿਆ ਚਲੇ ਗਏ, ਸ਼ਬਦ ਦੀ ਵਿਚਾਰ ਨਾ ਕੀਤੀ, ਸ਼ਬਦ ਦੀ ਵਿਚਾਰ ਨਾਲ ਨਾ ਜੁੜੇ, ਬਾਣੀ ਪੜ੍ਹਦੇ ਆ, ਜਿਹੜੀ ਬਾਣੀ ਪੜ੍ਹ ਰਹੇ ਆ, ਬਾਣੀ ਕੀ ਉਪਦੇਸ਼ ਦੇ ਰਹੀ ਹੈ, ਉਸ ਬਾਣੀ ਦੇ ਅੰਦਰ ਗੁਰੂ ਸਾਹਿਬ ਕੀ ਸਮਝਾ ਰਹੇ ਨੇ, ਜੇ ਨਾ ਵਿਚਾਰਿਆ, ਪਾਤਸ਼ਾਹ ਕਹਿਣ ਲੱਗੇ ਵੇਖਣ ਨਾਲ ਮੁਕਤੀ ਨਹੀਂ ਮਿਲਣੀ, ਸ਼ਬਦ ਦੀ ਵਿਚਾਰ ਨਾਲ ਜੁੜਨਾ ਪਵੇਗਾ। ਪਾਤਸ਼ਾਹ ਕਹਿੰਦੇ ਜਿਹੜੇ ਸ਼ਬਦ ਦੀ ਵਿਚਾਰ ਕਰਦੇ ਹਨ, ਇਸ ਪ੍ਰਕਾਰ ਦੇ ਨਾਲ ਸੇਵਾ ਕਰਦੇ ਆ ਤੇ ਸ਼ਬਦ ਦੀ ਵਿਚਾਰ ਨਾਲ ਜੁੜਦੇ ਨੇ, ਉਹ ਉਰ ਸੁੱਖਾ ਉਹਨਾਂ ਦੇ ਹਿਰਦੇ ਦੇ ਵਿੱਚ ਸਦੀਵੀ ਸੁਖ ਬਣ ਜਾਂਦਾ, ਉਹ ਸਦਾ ਹੀ ਆਤਮਿਕ ਸੁਖ ਨੂੰ ਮਾਣਦੇ ਹਨ। ਦੋਹਰਾ ਸੁਨ ਸ਼੍ਰੀ ਗੁਰ ਉਪਦੇਸ਼ ਅਸ ਰਿਦੇ ਧਾਰ ਦਿੜ ਸੋਏ। ਭਾਈ ਮੋਲਾ ਕੀੜ ਇਹਨੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਸੁਣਿਆ ਤੇ ਸੁਣ ਕਰਕੇ ਹਿਰਦੇ ਵਿੱਚ ਦ੍ਰਿੜ ਕਰ ਲਿਆ। ਇਹ ਨਹੀਂ ਕਿ ਉਪਦੇਸ਼ ਸੁਣਿਆ ਤੇ ਬਾਹਰ ਜਾ ਕੇ ਵਿਸਾਰ ਦਿੱਤਾ, ਭੁੱਲ ਗਏ। ਉਸ ਉਪਦੇਸ਼ ਨੂੰ ਪੱਲੇ ਵਿੱਚ ਬੰਨ ਲਿਆ, ਉਸ ਉਪਦੇਸ਼ ਨੂੰ ਹਿਰਦੇ ਦੇ ਵਿੱਚ ਦ੍ਰਿੜ ਕਰ ਲਿਆ। ਤਿਸ ਪ੍ਰਕਾਰ ਕਰਨੇ ਲਗਿਓ ਮਹਾ ਪ੍ਰੇਮ ਮੈਂ ਹੋਏ। ਮਹਾ ਪ੍ਰੇਮ, ਮਹਾਨ ਪ੍ਰੇਮ ਹਿਰਦੇ ਵਿੱਚ ਧਾਰਨ ਕਰਕੇ ਭਾਈ ਮੂਲਾ ਕੀੜ ਉਸੇ ਪ੍ਰਕਾਰ ਦੇ ਨਾਲ ਕਰਨ ਲੱਗਾ ਜਿਵੇਂ ਗੁਰੂ ਸਾਹਿਬ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਚੌਪਈ ਜੋ ਭੂਖਾ ਭੋਜਨ ਤੈ ਦੇਈ। ਹੁਣ ਭਾਈ ਮੋਲਾ ਇਹ ਕੀੜ ਚੱਲ ਕੇ ਗੁਰੂ ਉਪਦੇਸ਼ ਪਾਤਸ਼ਾਹ ਜੀ ਦਾ ਪ੍ਰਾਪਤ ਕਰਕੇ ਆਪਣੇ ਨਗਰ ਵਾਪਸ ਗਿਆ। ਘਰ ਜਾ ਕਰਕੇ ਉਸੇ ਤਰ੍ਹਾਂ ਉਹਨੂੰ ਉਪਦੇਸ਼ ਦੀ ਕਮਾਈ ਕਰਨ ਲੱਗਾ। ਜਿਹੜਾ ਵੀ ਹੁਣ ਭਾਈ ਮੂਲੇ ਦੇ ਘਰ ਚੱਲ ਕੇ ਕੋਈ ਆਉਂਦਾ, ਜੇ ਕੋਈ ਭੁੱਖਾ ਚੱਲ ਕੇ ਆਉਂਦਾ ਤੇ ਉਹਨੂੰ ਭੋਜਨ ਤਿਆਰ ਕਰਕੇ ਛਕਾਇਆ ਜਾਂਦਾ। ਨਗਨ ਦੇਖ ਕਰ ਵਸਤਰ ਉਡੇਈ। ਤੇ ਜੇ ਕੋਈ ਤਨ ਤੋਂ ਨੰਗਾ ਚੱਲ ਕੇ ਆਉਂਦਾ, ਜਿਹਦੇ ਤਨ ਦੇ ਵਸਤਰ ਫਟੇ ਹੋਏ ਨੇ, ਤਨ ਤੋਂ ਵਸਤਰ ਨਹੀਂ, ਤਾਂ ਉਹਨੂੰ ਜਿਹੜਾ ਹੈ ਵਸਤਰ ਦੇ ਕਰਕੇ ਉਹਦਾ ਤਨ ਢੱਕਦਾ ਹੈ। ਸਿੱਧ ਸਾਧ ਤੈ ਘਰ ਬੋ ਆਵੇ। ਬੜੇ ਸਿੱਧ ਸਾਧਕ ਚੱਲ ਕੇ ਤਪੇ ਤਪੇਸਰ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਸਤਪੁਰਸ਼ ਉਹ ਚੱਲ ਕਰਕੇ ਹੁਣ ਭਾਈ ਮੂਲੇ ਕੀੜ ਦੇ ਕੋਲ ਆਉਣ ਲੱਗੇ। ਜਦੋਂ ਪਤਾ ਲੱਗਿਆ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸਿੱਖ, ਜਿਹਦੇ ਘਰ ਦੇ ਵਿੱਚ ਜਦੋਂ ਮਰਜ਼ੀ ਚਲੇ ਜਾਈਏ ਲੰਗਰ ਮਿਲਦਾ ਹੈ, ਤਨ ਢੱਕਣ ਲਈ ਵਸਤਰ ਮਿਲਦੇ ਨੇ, ਭਾਵਨਾ ਨਾਲ ਸੇਵਾ ਕਰਦਾ ਹੈ, ਤੇ ਹੁਣ ਇਹਦੀ ਇਹ ਭਾਵਨਾ ਵੇਖ ਕਰਕੇ ਬੜੇ ਸਤਪੁਰਸ਼ ਚੱਲ ਕੇ ਘਰ ਵਿੱਚ ਆਉਂਦੇ ਹਨ। ਰੈਨ ਬਸੇਰਾ ਕਰ ਪੁੰਨ ਜਾਵੇ। ਹੁਣ ਰਾਤ ਵਿਸ਼ਰਾਮ ਕਰਦੇ, ਚੱਲ ਕੇ ਆਉਣਾ, ਰਾਤ ਘਰ ਵਿੱਚ ਠਹਿਰਨਾ
ਤੇ ਸਾਰਿਆਂ ਨੂੰ ਬੜੇ ਪ੍ਰੇਮ ਭਾਵ ਨਾਲ ਭੋਜਨ ਛਕਾਉਣਾ, ਸੇਵਾ ਕਰਨੀ, ਮੁੱਠੀ ਚਾਪੀ ਕਰਨੀ, ਚਰਨ ਧੋਣੇ। ਰਾਤ ਦਾ ਬਸੇਰਾ ਇਹਨਾਂ ਸਤਿਪੁਰਸ਼ਾਂ ਨੇ ਭਾਈ ਮੂਲੇ ਕੀੜ ਦੇ ਘਰ ਕਰਨਾ। ਏਕ ਦਿਵਸ ਇੱਕ ਬੰਚਕ ਆਇਓ। ਇਸ ਪ੍ਰਕਾਰ ਦੇ ਨਾਲ ਹੁਣ ਘਰ ਦੇ ਵਿੱਚ ਮੇਲਾ ਲੱਗਿਆ ਰਹਿੰਦਾ, ਰੌਣਕ ਲੱਗੀ ਰਹਿੰਦੀ ਹੈ। ਸਤਿਪੁਰਸ਼ ਆਉਣ ਵਾਲੇ, ਹਰ ਵੇਲੇ ਭਜਨ ਬੰਦਗੀ ਕਰਨ ਵਾਲੇ ਆਉਂਦੇ, ਲੰਗਰ ਪ੍ਰਸ਼ਾਦਾ ਛਕਦੇ, ਰਾਤ ਦਾ ਵਿਸ਼ਰਾਮ ਕਰਦੇ, ਸੁਖ ਦੇ ਸਹਿਤ ਰਾਤ ਬਤੀਤ ਕਰਕੇ ਸਵੇਰ ਨੂੰ ਚਾਲਾ ਮਾਰਦੇ। ਹੁਣ ਇੱਕ ਠੱਗ ਸੀ, ਬੰਚਕ ਕਹਿੰਦੇ ਨੇ ਠੱਗ ਨੂੰ। ਇੱਕ ਠੱਗ ਸੀ, ਉਹਨੇ ਵੇਖਿਆ ਕਿ ਭਾਈ ਮੂਲਾ ਕੀੜ ਬੜੀ ਸੇਵਾ ਭਾਵਨਾ ਵਾਲਾ ਹੈ, ਬੜੀ ਸੇਵਾ ਨੂੰ ਸਮਰਪਿਤ ਹੋ ਕੇ ਉਹ ਸੇਵਾ ਕਰਦਾ, ਉਹਦੇ ਅੰਦਰ ਬਹੁਤ ਆਏ ਗੁਰਸਿੱਖਾਂ ਦੀ ਸੇਵਾ ਕਰਨ ਦਾ ਚਾਅ ਹੈ, ਤੇ ਕਿਉਂ ਨਾ ਮੈਂ ਉਹਦੇ ਘਰ ਚੱਲ ਕੇ ਕੋਈ ਚੰਗੀ ਵੱਡੀ ਠੱਗੀ ਮਾਰਾਂ। ਹੁਣ ਇਹ ਖਿਆਲ ਮਨ ਵਿੱਚ ਲੈ ਕੇ ਇੱਕ ਜਿਹੜਾ ਠੱਗ ਸੀ, ਤਨ ਮੈਂ ਸਿੱਖ ਕੋ ਬੇਖ ਬਨਾਇਓ। ਇਹਨੇ ਕੀ ਕੀਤਾ ਕਿ ਆਪਣੇ ਤਨ ਦੇ ਉੱਤੇ ਸਿੱਖੀ ਵਾਲਾ ਵੇਸ ਧਾਰਨ ਕਰ ਲਿਆ। ਹੈ ਠੱਗ ਸੀ, ਅੱਜ ਵੀ ਬੜੇ ਠੱਗ ਤੁਰੇ ਫਿਰਦੇ ਨੇ ਇਸ ਤਰ੍ਹਾਂ ਵੇਸ ਧਾਰਨ ਕਰਕੇ। ਹੁਣ ਇਹਨੇ ਕੀ ਕੀਤਾ ਕਿ ਉਹ ਜਿਹੜਾ ਵੇਸ ਸੀ ਸਿੱਖ ਵਾਲਾ, ਉਹ ਆਪਣੇ ਸਰੀਰ ਤੇ ਧਾਰਨ ਕਰ ਲਿਆ। ਬਾਣੀ ਕੰਠ ਪੜੇ ਕਰ ਪ੍ਰੀਤਾ। ਹੋਰ ਵੀ ਯਤਨ ਕੀਤਾ। ਉਹਨੂੰ ਪਤਾ ਸੀ ਕਿ ਭਾਈ ਮੂਲਾ ਤਾਂ ਬਾਣੀ ਪੜਨ ਵਾਲਿਆਂ ਨਾਲ ਪ੍ਰੇਮ ਕਰਦਾ, ਉਹਨਾਂ ਦੀ ਬੜੀ ਭਾਵਨਾ ਨਾਲ ਸੇਵਾ ਕਰਦਾ। ਉਹਨੇ ਠੱਗ ਨੇ ਕੁਝ ਜਿਹੜੇ ਸ਼ਬਦ ਸਨ ਉਹ ਯਾਦ ਕਰ ਲਏ, ਕੁਝ ਬਾਣੀ ਜਿਹੜੇ ਸੀ ਉਹ ਯਤਨ ਕਰਕੇ ਕੰਠ ਕਰ ਲਏ। ਮਨ ਲੋਭੀ ਜੈ ਮਤ ਵਿਪਰੀਤਾ। ਜਿਹੜਾ ਮਨ ਲੋਭੀ ਸੀ ਤੇ ਮਤ ਜਿਹੜੀ ਵਿਪਰੀਤ, ਜਿਹਦੀ ਮਤ ਉਲਟੀ ਹੋਈ ਸੀ, ਵਿਪਰੀਤ ਬੁੱਧੀ ਵਾਲਾ, ਇਹ ਜਿਹੜਾ ਮਨ ਅੰਦਰ ਲੋਭ ਲੈ ਕਰਕੇ ਦੋਹਰਾ ਸੇਵਾ ਕਰੀ ਬਿਪਾਵਰੀ ਪੁੰਨ ਮੂਲੇ ਕੀ ਨਾਰੇ। ਜਦੋਂ ਇਹ ਠੱਗ ਨੇ ਆਪਣਾ ਸਿੱਖੀ ਵਾਲਾ ਵੇਸ ਬਣਾਇਆ ਤੇ ਉਹ ਵੇਸ ਧਾਰਨ ਕਰਕੇ ਹੁਣ ਭਾਈ ਮੂਲੇ ਦੇ ਘਰ ਪਹੁੰਚ ਗਿਆ। ਹੁਣ ਭਾਈ ਮੂਲੇ ਨੇ ਬੜਾ ਅਦਬ ਸਤਿਕਾਰ ਦਿੱਤਾ, ਬੜੇ ਸਤਿਕਾਰ ਨਾਲ ਸੋਹਣੇ ਆਸਣ ਤੇ ਬਿਠਾਇਆ। ਤੇ ਹੁਣ ਹੈ ਤਾਂ ਠੱਗ ਸੀ ਨਾ, ਅੰਦਰੋਂ ਠੱਗਣ ਵਾਸਤੇ ਗਿਆ ਸੀ, ਉਤੋਂ ਉਹਨੇ ਲਿਬਾਸ ਸਿਰਫ ਪਹਿਨਿਆ ਸੀ, ਤੇ ਉਹਨੇ ਬੜੀਆਂ ਅੱਖਾਂ ਮੇੜ ਕੇ ਨਾ ਜਿਹੜੇ ਸ਼ਬਦ ਬਾਣੀ ਜਿਹੜੇ ਕੰਠ ਕੀਤੇ ਸੀ, ਬੜੀ ਉੱਚੀ ਗਾ ਗਾ ਕੇ ਪੜ੍ਹਦਾ ਉਹ ਬਾਣੀ। ਉਹ ਘਰ ਦੇ ਵਿੱਚ ਬੈਠ ਕੇ ਬਾਣੀ ਪੜ੍ਹਦਾ। ਰਾਤ ਦਾ ਸਮਾਂ ਤੇ ਭਾਈ ਮੂਲੇ ਦੇ ਘਰ ਵਾਲੀ ਨੇ ਬੜੇ ਪਿਆਰ ਨਾਲ, ਬੜੇ ਪ੍ਰੇਮ ਨਾਲ ਭੋਜਨ ਪ੍ਰਸ਼ਾਦ ਤਿਆਰ ਕੀਤਾ ਤੇ ਇਹਨੂੰ ਪ੍ਰਸ਼ਾਦਾ ਛਕਾਇਆ। ਭੂਖਨ ਰਖੇ ਉਤਾਰ ਕੇ ਬੰਚਕ ਲਏ ਨਿਹਾਰ। ਉਹਨੇ ਭਾਈ ਮੂਲੇ ਕੀੜ ਦੀ ਘਰ ਵਾਲੀ ਨੇ ਗਹਿਣੇ ਪਹਿਨੇ ਹੋਏ ਸਨ, ਤੇ ਜਦੋਂ ਗਹਿਣੇ ਨੇ ਉਹਨੇ ਭੋਜਨ ਪ੍ਰਸ਼ਾਦ ਤਿਆਰ ਕਰਕੇ ਛਕਾਇਆ ਤੇ ਠੱਗ ਨੇ ਵੇਖ ਲਏ ਕਿ ਕਾਫੀ ਗਹਿਣੇ ਨੇ ਪਹਿਨੇ ਹੋਏ। ਹੁਣ ਇਹ ਤਾਕ ਵਿੱਚ ਰਿਹਾ ਕਿ ਰਾਤ ਨੂੰ ਗਹਿਣੇ ਉਤਾਰ ਕੇ ਕਿੱਥੇ ਰੱਖਦੀ ਹੈ ਬੀਬੀ। ਤੇ ਜਦੋਂ ਕੰਮਕਾਰ ਤੋਂ ਵਿਹਲੀ ਹੋਈ ਭਾਈ ਮੂਲੇ ਕੀੜ ਦੀ ਘਰ ਵਾਲੀ, ਉਹਨੇ ਆਪਣੇ ਰਾਤ ਦੇ ਸੌਣ ਸਮੇਂ ਆਪਣੇ ਜਿਹੜੇ ਗਹਿਣੇ ਸਨ ਉਹ ਗਹਿਣੇ ਉਤਾਰੇ ਤੇ ਇੱਕ ਪੋਟਲੀ ਵਿੱਚ ਬੰਨ੍ਹ ਲਏ। ਪੁਰਾਤਨ ਸਮਿਆਂ ਵਿੱਚ ਇਸੇ ਤਰ੍ਹਾਂ ਰੱਖੇ ਜਾਂਦੇ ਸਨ, ਪੋਟਲੀ ਬੰਨ੍ਹ ਕੇ ਰੱਖ ਲਈ ਜਾਂਦੀ। ਉਹ ਇੱਕ ਪੋਟਲੀ ਵਿੱਚ ਪਾ ਕੇ ਬੰਨ੍ਹ ਕੇ ਰੱਖ ਦਿੱਤੇ। ਹੁਣ ਜਿਹੜਾ ਇਹ ਬੰਚਕ ਸੀ, ਠੱਗ ਸੀ, ਹੁਣ ਇਹਦੇ ਤਾਕ ਸੀ ਕਿ ਕਦੋਂ ਇਹ ਕਿੱਥੇ ਗਹਿਣੇ ਰੱਖਦੀ ਹੈ ਜਿੱਥੋਂ ਮੈਂ ਰਾਤ ਨੂੰ ਚੁੱਕ ਸਕਾਂ। ਇਹ ਵੇਖਦਾ ਰਿਹਾ ਸਾਰਾ ਕੁਝ, ਨਾਲੇ ਬਾਣੀ ਪੜ੍ਹੀ ਜਾ ਰਿਹਾ ਹੈ, ਬਗਲੇ ਦੀ ਨਿਆਈ ਸਮਾਧੀ ਲਾਈ ਹੋਈ ਹੈ, ਤੇ ਨਾਲੇ ਉਧਰ ਧਿਆਨ ਗਹਿਣਿਆਂ ਵੱਲ। ਤੇ ਉਹ ਜਦੋਂ ਗਹਿਣੇ ਉਸ ਬੀਬੀ ਨੇ ਉਤਾਰ ਕੇ ਰੱਖੇ, ਭਾਈ ਮੂਲੇ ਦੀ ਘਰ ਵਾਲੀ ਨੇ ਜਿੱਥੇ ਰੱਖੇ, ਇਸ ਠੱਗ ਨੇ ਵੇਖ ਲਏ। ਚੌਪਈ ਸੋਈ ਰਹੀ ਜਬ ਸਭ ਪਹਿਚਾਨੇ। ਤੇ ਜਦੋਂ ਹੁਣ ਕੋਈ ਅੱਧੀ ਕੁ ਰਾਤ ਦਾ ਸਮਾਂ ਹੋਇਆ, ਇਹਨੇ ਠੱਗ ਨੇ ਵੇਖ ਲਿਆ ਕਿ ਹੁਣ ਸਾਰੇ ਸੌ ਗਏ ਨੇ। ਅੱਧੀ ਕੁ ਰਾਤ ਦਾ ਸਮਾਂ ਜਾਣ ਕੇ ਕਿ ਹੁਣ ਸਾਰੇ ਇਸ ਵਕਤ ਸੌ ਚੁੱਕੇ ਹਨ। ਸੋ ਭੂਖਨ ਲੀਨੇ ਨਿਜ ਪਾਨੇ। ਤੇ ਜਿੱਥੇ ਉਹ ਗਹਿਣੇ ਰੱਖੇ ਸਨ ਪੋਟਲੀ ਬੰਨ ਕੇ ਭਾਈ ਮੂਲੇ ਦੀ ਘਰ ਵਾਲੀ ਨੇ, ਉਹ ਹੁਣ ਸੁੱਤੇ ਜਾਣ ਕੇ ਉਹ ਜਿਹੜੀ ਪੋਟਲੀ ਸੀ ਗਹਿਣਿਆਂ ਦੀ, ਇਸ ਠੱਗ ਨੇ ਆਪਣੇ ਹੱਥਾਂ ਦੇ ਨਾਲ ਚੁੱਕ ਲਈ। ਨਿਕਸਨ ਲੱਗਿਓ ਬਹਿਰ ਕੋ ਧਾਏ। ਤੇ ਬੜੇ ਹੁਣ ਪੋਲੇ ਪੈਰੀ ਕਿ ਖੜਾਕ ਨਾ ਹੋ ਜਾਵੇ, ਖੜਕੇ ਨਾਲ ਕਿਤੇ ਉੱਠ ਨਾ ਜਾਣ ਆਵਾਜ਼ ਨਾਲ, ਬੜੇ ਦੱਬੀ ਪੈਰੀ ਪੋਲੇ ਪੈਰੀ ਇਹ ਬਾਹਰ ਨਿਕਲਿਆ ਕਿ ਮੈਂ ਗਹਿਣਿਆਂ ਦੀ ਪੋਟਲੀ ਲੈ ਕੇ ਨਿਕਲ ਜਾਣਾ। ਤੇ ਹੁਣ ਜਦੋਂ ਜਾਣ ਵਾਸਤੇ ਬਾਹਰ ਨਿਕਲਿਆ, ਤਾਰੋ ਪੂਰ ਪਿਖਿਓ
ਹਟ ਹੁਣ ਆਏ। ਇਹ ਵੇਖਦਾ ਜਿਹੜਾ ਬਾਹਰਲਾ ਦਰਵਾਜ਼ਾ ਸੀ ਵਿਹੜੇ ਦਾ ਜਿਹਦੇ ਰਾਹੀਂ ਬਾਹਰ ਜਾਣਾ ਸੀ, ਉਹ ਦਰਵਾਜ਼ੇ ਨੂੰ ਤਾਲਾ ਵੱਜਾ ਹੋਇਆ ਹੈ, ਉਹਨੂੰ ਜੰਦਰਾ ਵੱਜਾ ਹੈ। ਹੁਣ ਜਦੋਂ ਉਹ ਜੰਦਰਾ ਵੱਜਿਆ ਹੋਇਆ ਦਰਵਾਜ਼ੇ ਨੂੰ ਵੇਖਿਆ ਹੈ, ਮੂਲੇ ਕੋ ਕਰ ਸੰਗ ਜਗਾਵਾ। ਹੁਣ ਇਹਨੇ ਸੋਚਿਆ ਕਿ ਜੇ ਰਾਤ ਇਦਾਂ ਹੀ ਲੰਘ ਗਈ, ਮੈਂ ਬਾਹਰ ਨਾ ਗਿਆ ਤੇ ਮੇਰੀ ਚੋਰੀ ਫੜੀ ਜਾਣੀ ਹੈ। ਇਹਨੇ ਹੁਣ ਕੀ ਕੀਤਾ ਕਿ ਬਹਾਨਾ ਬਣਾਇਆ ਵੀ ਮੇਰੇ ਪੇਟ 'ਚ ਬੜਾ ਦਰਦ ਹੈ, ਮੈਂ ਜੰਗਲ ਪਾਣੀ ਬਾਹਰ ਜਾਣਾ ਹੈ, ਤੇ ਭਾਈ ਮੂਲੇ ਨੂੰ ਅੰਦਰ ਜਾ ਕੇ ਇਹਨੇ ਜਗਾਉਣਾ ਕੀਤਾ। ਕਪਟ ਧਾਰ ਕੇ ਬਚਨ ਅਲਾਵਾ। ਇਹਦੇ ਅੰਦਰ ਕਪਟ ਧਾਰ ਕੇ ਹੁਣ ਝੂਠ ਬੋਲਣ ਲੱਗਾ, ਆਪਣੇ ਪਾਪ ਨੂੰ ਵੀ ਛੁਪਾਉਣਾ ਹੈ, ਨਿਕਲਣਾ ਵੀ ਹੈ। ਹੁਣ ਕਪਟ ਹੀ ਕਪਟੀ ਹੈ, ਕਪਟ ਧਾਰਨ ਕੀਤਾ ਤੇ ਝੂਠ ਬੋਲਦਾ ਹੋਇਆ ਭਾਈ ਮੂਲੇ ਨੂੰ ਕਹਿਣ ਲੱਗਾ, ਜਾਵੋ ਵਹਿਰ ਦੀਜੀਏ ਤਾਰੀ। ਕਹਿਣ ਲੱਗੇ ਕਿ ਮੈਂ ਬਾਹਰ ਜਾਣਾ ਹੈ, ਮੈਦਾਨ ਮਾਰਨਾ, ਜੰਗਲ ਪਾਣੀ ਜਾਣਾ ਹੈ, ਮੈਨੂੰ ਤਾਲੇ ਦੀ ਕੁੰਜੀ ਦਿਓ, ਮੈਂ ਬਾਹਰ ਜਾਣਾ ਚਾਹੁੰਦਾ ਹਾਂ। ਹੋਵਤ ਸੂਰ ਉਦਰ ਮੁਝ ਭਾਰੀ। ਮੇਰੇ ਪੇਟ ਦੇ ਵਿੱਚ ਸੂਲ ਉੱਠ ਰਿਹਾ ਹੈ, ਬੜੀ ਭਾਰੀ ਦਰਦ ਹੈ, ਦਰਦ ਨਾਲ ਮੈਂ ਬੜਾ ਵਿਆਕੁਲ ਹਾਂ, ਇਸ ਕਰਕੇ ਮੈਂ ਬਾਹਰ ਜਾਣਾ ਚਾਹੁੰਦਾ ਹਾਂ। ਦੋਹਰਾ ਮੂਲਾ ਬੋਲਿਓ ਸੰਤ ਜੀ, ਵਹਿਰ ਤਿਮਰ ਕਿਉਂ ਜਾਤ। ਭਾਈ ਮੂਲਾ ਤਾਂ ਪ੍ਰੇਮ ਵਿੱਚ ਭਿੱਜਿਆ ਹੋਇਆ, ਜਿਹਦਾ ਹਿਰਦਾ ਸ਼ਰਧਾ ਨਾਲ ਭਰਿਆ ਹੈ, ਜਿਹਦੇ ਅੰਦਰ ਚਾਉ ਹੈ ਸੇਵਾ ਕਰਨ ਦਾ। ਹੁਣ ਉਹਨੇ ਕਿਹਾ, ਕਹਿਣ ਲੱਗੇ ਸੰਤ ਜੀ, ਕਿਉਂਕਿ ਵੇਸ ਸੰਤਾਂ ਵਾਲਾ ਬਣਾਇਆ ਹੋਇਆ ਸੀ, ਮੁਖ ਤੋਂ ਬਾਣੀ ਵੀ ਪੜ੍ਹਦਾ ਸੀ, ਤੇ ਕਹਿਣ ਲੱਗੇ ਸੰਤ ਜੀ ਹੁਣ ਤਾਂ ਅੱਧੀ ਰਾਤ ਦਾ ਸਮਾਂ ਹੈ, ਇਹ ਅੱਧੀ ਰਾਤ ਦੇ ਹਨੇਰੇ ਦੇ ਵਿੱਚ ਆਪ ਕਿੱਥੇ ਚੱਲ ਕੇ ਜਾਵੋਗੇ। ਰਮਨੇ ਬੈਠੋ ਅਜਰ ਮੈਂ ਹੋ ਉਚਾਏ ਹੋ ਪ੍ਰਾਤ। ਰਮਣੇ ਕਹਿੰਦੇ ਨੇ ਮੈਦਾਨ ਮਾਰਨਾ, ਜੰਗਲ ਪਾਣੀ ਜਾਣਾ। ਕਹਿਣ ਇਹਨੇ ਬਹਾਨਾ ਬਣਾਇਆ ਨਾ ਵੀ ਪੇਟ ਵਿੱਚ ਬਹੁਤ ਦਰਦ ਹੈ, ਵੱਟ ਉੱਠ ਰਿਹਾ ਤੇ ਮੈਂ ਬਾਹਰ ਜਾਣਾ ਚਾਹੁੰਦਾ। ਤੇ ਉਹ ਕਹਿਣ ਲੱਗੇ ਸੰਤ ਜੀ ਦੇਖੋ ਕਿੰਨਾ ਚਾਉ ਸੀ ਮਨ ਅੰਦਰ ਗੁਰੂ ਦੇ ਬਚਨ ਕਮਾਉਣ ਦਾ, ਸ਼ਰਧਾ ਕਿੰਨੀ ਸੀ, ਭਾਵਨਾ ਕਿੰਨੀ ਸੀ। ਕਹਿਣ ਲੱਗੇ ਅੱਜ ਤਾਂ ਆਪਾਂ ਵੇਖਦੇ ਆ ਕਿ ਘਰਾਂ ਦੇ ਵਿੱਚ ਸਾਰੇ ਸਾਧਨ ਬਣ ਗਏ, ਅਟੈਚ ਬਾਥਰੂਮ ਨੇ, ਲੈਟਰਿੰਗ ਨਾਲ ਬਣੇ ਹੋਏ ਨੇ, ਸਾਰਾ ਕੁਝ, ਹੁਣ ਬਾਹਰ ਜਾਣ ਦੀ ਲੋੜ ਹੀ ਨਹੀਂ ਪੈਂਦੀ। ਉਸ ਵਕਤ ਮੈਦਾਨ ਮਾਰਨਾ, ਜੰਗਲ ਪਾਣੀ ਜਾਣਾ, ਬਾਹਰ ਲੋਕ ਜਾਇਆ ਕਰਦੇ ਸਨ। ਭਾਈ ਮੂਲਾ ਕਹਿਣ ਲੱਗਾ ਅੱਧੀ ਰਾਤ ਦਾ ਸਮਾਂ ਹੈ, ਰਾਤ ਬਹੁਤ ਹੈ, ਹਨੇਰਾ ਹੈ, ਕਿੱਥੇ ਜਾਓਗੇ ਤੁਸੀਂ, ਇਸ ਕਰਕੇ ਮੈਂ ਘਰ ਦੇ ਵਿੱਚ ਟੋਆ ਪੁੱਟ ਦੇਣਾ, ਉੱਥੇ ਹੀ ਰਮਣੇ ਕਰ ਲਵੋ, ਮੈਦਾਨ ਮਾਰ ਲਵੋ, ਤੇ ਜਦੋਂ ਸਵੇਰ ਹੋਏਗੀ ਮੈਂ ਆਪੇ ਚੁੱਕ ਕੇ ਬਾਹਰ ਸੁੱਟ ਦੇਵਾਂਗਾ। ਚੋਪਈ ਬੋਲਿਓ ਬੰਚਿਤ ਬਾਹਰ ਜਾਉ। ਹੁਣ ਇਹ ਜਿਹੜਾ ਬੰਚਕ ਠੱਗ ਸੀ, ਹੁਣ ਇਹਨੇ ਕਿਹਾ ਇਹ ਤਾਂ ਗੱਲ ਹੀ ਨਹੀਂ ਬਣੀ, ਮੈਂ ਤਾਂ ਜਿਹੜੇ ਕੰਮ ਕਰਕੇ ਬਾਹਰ ਜਾਣਾ ਉਸ ਕਰਕੇ ਜਾਣਾ, ਇਹ ਕਹਿੰਦਾ ਇੱਥੇ ਕਰ ਲੈ। ਉਹਨੂੰ ਠੱਗ ਬੋਲਿਆ, ਕਹਿਣ ਲੱਗਾ ਨਹੀਂ ਜੀ ਮੈਨੂੰ ਘਰ ਦੇ ਵਿੱਚ ਸ਼ਰਮ ਆਉਂਦੀ ਹੈ, ਮੈਂ ਤਾਂ ਬਾਹਰ ਹੀ ਮੈਦਾਨ ਜਾਵਾਂਗਾ। ਸਦਨ ਵਿਖੇ ਬੈਠਤ ਸ਼ਰਮਾਉ। ਘਰ ਦੇ ਵਿੱਚ ਜਿਹੜਾ ਹੈ ਮੈਦਾਨ ਮਾਰਦੇ ਆ, ਉਹ ਮੈਨੂੰ ਸ਼ਰਮ ਆਉਂਦੀ ਹੈ, ਘਰ ਦੇ ਵਿੱਚ ਚੰਗਾ ਨਹੀਂ ਲੱਗਦਾ। ਉੱਠ ਕੇ ਮੂਲਾ ਲੈ ਕਰ ਤਾਰੀ। ਹੁਣ ਜਦੋਂ ਇਹਨੇ ਬਾਰ-ਬਾਰ ਕਿਹਾ ਤੇ ਭਾਈ ਮੂਲੇ ਨੇ ਜਿਹੜੀ ਚਾਬੀ ਸੀ ਤਾਲਾ ਖੋਲਣ ਦੇ ਲਈ ਉਹ ਲਈ ਆ, ਉੱਠ ਕੇ ਗਏ ਹਨ। ਆਇਓ ਜਬਈ ਅਜਰ ਮਝਾਰੀ। ਤੇ ਜਦੋਂ ਹੁਣ ਚੱਲ ਕੇ ਆਏ ਦਰਵਾਜ਼ਾ ਖੋਲਣ ਦੇ ਕੋਲ, ਜਿਹੜੇ ਇਹਨੇ ਵਿਹੜੇ ਦੇ ਵਿੱਚ ਜਦੋਂ ਪਹੁੰਚੇ ਨੇ ਦਰਵਾਜ਼ਾ ਖੋਲਣ ਦੇ ਲਈ, ਭਾਈ ਮੂਲਾ ਜੀ ਚਾਬੀ ਲੈ ਕਰਕੇ ਬੰਚਕ ਕਾਂਖ ਵਿਖੇ ਤੇ ਗਿਰੇ। ਕਾਂਖ ਕਹਿੰਦੇ ਨੇ ਕੱਛ ਨੂੰ, ਜਿਹੜੀ ਉਹ ਗਹਿਣਿਆਂ ਦੀ ਪੋਟਲੀ ਸੀ ਉਹ ਠੱਗ ਨੇ ਕੱਛ ਵਿੱਚ ਦਿੱਤੀ ਹੋਈ ਸੀ, ਲੁਕੋਈ ਹੋਈ ਸੀ ਕੱਛ ਦੇ ਵਿੱਚ। ਤੇ ਜਦੋਂ ਉਧਰੋਂ ਭਾਈ ਮੂਲਾ ਜੀ ਤਾਲਾ ਖੋਲਣ ਵਾਸਤੇ ਵਿਹੜੇ 'ਚ ਚੱਲ ਕੇ ਆਏ ਤੇ ਠੱਗ ਦੀ ਜਿਹੜੀ ਉਹ ਪੋਟਲੀ ਸੀ ਗਹਿਣਿਆਂ ਦੀ, ਉਹ ਕੱਛ ਦੇ ਵਿੱਚੋਂ ਧਰਤੀ ਤੇ ਜ਼ਮੀਨ ਤੇ ਡਿੱਗ ਪਈ। ਭੂਖਨ ਪੁੰਨ ਨਾ ਉਠਾਏ ਸੋ ਡਰੇ। ਹੁਣ ਜਿਹੜਾ ਠੱਗ ਹੈ ਉਹਨੇ ਵੇਖ ਲਿਆ ਕਿ ਤੇ ਗਹਿਣਿਆਂ ਦੀ ਪੋਟਲੀ ਧਰਤੀ ਤੇ ਜ਼ਮੀਨ ਤੇ ਡਿੱਗ ਪਈ ਹੈ, ਹੁਣ ਡਰਦਾ ਹੈ, ਡਰਦਾ ਮਾਰਾ ਉਹ ਜਿਹੜੀ ਪੋਟਲੀ ਹੈ ਦੁਬਾਰਾ ਨਹੀਂ ਚੁੱਕਦਾ। ਮੂਲੇ ਤਬ ਉਠਾਏ ਨਿਜ ਹਾਥਾ। ਭਾਈ ਮੂਲਾ ਜੀ ਨੇ ਉਹ ਪੋਟਲੀ ਆਪਣੇ ਹੱਥਾਂ ਨਾਲ ਚੁੱਕੀ, ਆਪਣੇ ਹੱਥਾਂ ਦੇ ਨਾਲ ਚੁੱਕ ਕਰਕੇ ਦਏ ਤਾਏ ਕੋ ਤਬ ਇਤ ਸਾਥਾ। ਕਹਿਣ ਲੱਗੇ ਸੰਤ ਜੀ ਆ ਤੁਹਾਡੀ ਪੋਟਲੀ ਡਿੱਗ ਪਈ ਹੈ, ਉਹ ਆਪਣੇ ਹੱਥਾਂ ਦੇ ਨਾਲ ਚੁੱਕ ਕਰਕੇ ਉਸ ਠੱਗ ਨੂੰ ਪਕੜਾਈ ਹੈ। ਦੋਹਰਾ
ਤੈਂ ਕੋ ਵਹਿਰ ਨਿਕਾਸ ਕੈ ਸੋਏ ਰਿਓ ਵਿੱਚ ਧਾਮ। ਹੁਣ ਅੱਧੀ ਰਾਤ ਦਾ ਸਮਾਂ ਸੀ, ਇਹਨੂੰ ਠੱਗ ਨੂੰ ਭੇਜ ਕਰਕੇ ਭਾਈ ਮੂਲਾ ਉਸੇ ਤਰ੍ਹਾਂ ਫਿਰ ਆਰਾਮ ਕਰਨ ਦੇ ਲਈ ਲੇਟ ਗਿਆ। ਸੁਖ ਦੇ ਸਹਿਤ ਜਿਹੜੀ ਰਾਤ ਬਤੀਤ ਕੀਤੀ ਹੈ। ਪੀ ਪ੍ਰਭਾਤ ਤੈਂ ਥਾਨ ਕੋ ਦੇਖਤ ਮੂਲੇ ਬਾਮ। ਤੇ ਹੁਣ ਜਿਹੜੇ ਮੂਲੇ ਦੇ ਘਰ ਵਾਲੀ ਸੀ, ਜਦੋਂ ਸਵੇਰ ਹੋਈ ਤੇ ਸਵੇਰ ਹੁੰਦਿਆਂ ਉਹਨੇ ਜਿਹੜਾ ਪ੍ਰਭਾਤ ਹੋਈ, ਅੰਮ੍ਰਿਤ ਵੇਲੇ ਉੱਠੇ, ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ, ਇਸ਼ਨਾਨ ਕੀਤਾ, ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਵਿੱਚ ਜੁੜੇ ਹਨ। ਇਸ ਤਰ੍ਹਾਂ ਦੇ ਨਾਲ ਇਹ ਸਮਾਂ ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਕੇ ਜਦੋਂ ਬਤੀਤ ਕੀਤਾ, ਕੁਝ ਜਦੋਂ ਸਵੇਰ ਹੋਈ, ਦਿਨ ਚੜ੍ਹਿਆ, ਤਾਂ ਮੂਲੇ ਦੀ ਘਰ ਵਾਲੀ ਨੇ ਉਹ ਥਾਂ ਵੇਖੀ ਜਿੱਥੇ ਗਹਿਣੇ ਰੱਖੇ ਸਨ। ਚੋਪਈ ਭੂਖਨ ਤਰੇ ਨਹੀਂ ਕੈ ਥਾਈ। ਉਹ ਵੇਖਦੀ ਹੈ ਕਿ ਰਾਤ ਮੈਂ ਇੱਥੇ ਗਹਿਣਿਆਂ ਦੀ ਪੋਟਲੀ ਬੰਨ੍ਹ ਕੇ ਰੱਖੀ ਸੀ, ਪਰ ਹੁਣ ਇੱਥੇ ਨਹੀਂ। ਇੱਧਰ ਉੱਧਰ ਦੇਖਿਆ, ਸਾਰੇ ਭਾਲ ਕੀਤੀ ਕਿ ਉਹ ਜਿਹੜੀ ਰਾਤ ਗਹਿਣਿਆਂ ਦੀ ਪੋਟਲੀ ਇੱਥੇ ਰੱਖੀ ਸੀ, ਉਹ ਇਸ ਥਾਂ ਤੇ ਮੌਜੂਦ ਨਹੀਂ ਹੈ। ਕਹਾਂ ਗਏ ਕੈ ਲੀਨ ਚੁਰਾਈ। ਕਹਿਣ ਲੱਗੀ ਗਹਿਣੇ ਕਿੱਥੇ ਚਲੇ ਗਏ? ਕੋਈ ਰਾਤੀ ਚੋਰ ਤਾਂ ਨਹੀਂ ਆਇਆ, ਕਿਤੇ ਚੋਰ ਚੁਰਾ ਕੇ ਲੈ ਗਿਆ ਹੋਵੇ। ਇਸ ਤਰ੍ਹਾਂ ਦੇ ਨਾਲ ਵਿਚਾਰ ਕਰਨ ਲੱਗੇ। ਮੂਲਾ ਕਹੇ ਰੈਨ ਘਰ ਮਾਈ। ਕਹਿਣ ਹੁਣ ਭਾਈ ਮੂਲੇ ਨੂੰ ਵੀ ਪੁੱਛਿਆ, ਦੱਸਿਆ ਵੀ ਗਹਿਣੇ ਰੱਖੇ ਸਨ ਇੱਥੇ ਪੋਟਲੀ ਬੰਨ੍ਹ ਕੇ, ਉਹ ਹੁਣ ਨਹੀਂ ਲੱਭ ਰਹੇ। ਤੇ ਹੁਣ ਜਦੋਂ ਦੱਸਿਆ ਤੇ ਭਾਈ ਮੂਲਾ ਵੀ ਜਾਣ ਗਏ ਸਨ ਕਿ ਉਹ ਗਹਿਣੇ ਤੇ ਲੈ ਗਿਆ, ਉਹ ਰਾਤ ਜਿਹੜਾ ਆਇਆ ਸੀ ਸੰਤ ਬਣ ਕੇ। ਪਰ ਹੁਣ ਚੁੱਪ ਰਹੇ, ਉਹ ਗੱਲ ਨਹੀਂ ਕੀਤੀ। ਕਹਿਣ ਲੱਗੇ ਸਾਰੀ ਰਾਤ ਆਪਾਂ ਘਰ ਦੇ ਵਿੱਚ ਮੌਜੂਦ ਰਹੇ ਹਾਂ, ਤਸਕਰ ਲਗੇ ਨ ਜਾਣੇ ਜਾਈ। ਹੋ ਸਕਦਾ ਕੋਈ ਚੋਰ ਆ ਗਿਆ ਹੋਵੇ, ਆਪਾਂ ਨੂੰ ਨਾ ਪਤਾ ਲੱਗਾ ਹੋਵੇ। ਗੂੜੀ ਨੀਂਦ ਵਿੱਚ ਆਪਾਂ ਰਾਤ ਸੁੱਤੇ ਹੋਵਾਂਗੇ, ਆਪਾਂ ਹੈ ਤਾਂ ਘਰ ਵਿੱਚ ਹੀ ਮੌਜੂਦ ਸੀ, ਪਰ ਗੂੜੀ ਨੀਂਦ ਵਿੱਚ ਹੋਣ ਕਰਕੇ ਹੋ ਸਕਦਾ ਚੋਰ ਆਇਆ ਹੋਵੇ, ਲੈ ਗਿਆ ਹੋਵੇ, ਆਪਾਂ ਨੂੰ ਉਹਦੇ ਆਉਣ ਦਾ ਪਤਾ ਨਾ ਲੱਗਾ ਹੋਵੇ। ਲੈ ਗਮਨੇ ਭੂਖਨ ਕੋ ਸੋਈ। ਹੋ ਸਕਦਾ ਉਹ ਸਾਰੇ ਗਹਿਣੇ ਚੋਰ ਲੈ ਗਿਆ ਹੋਵੇ। ਬਿਨ ਜਾਗੇ ਤੇ ਅਸਗਤ ਹੋਈ। ਤੇ ਬਿਨਾਂ ਜਾਗਣ ਤੋਂ ਐਸੀ ਜਿਹੜੀ ਗਾਤੇ ਸਾਰਾ ਭਾਣਾ ਵਾਪਰਿਆ। ਦੇਖੋ ਜਾਣ ਵੀ ਚੁੱਕੇ ਨੇ, ਪਰ ਹੁਣ ਇਹ ਕਿ ਕਿਤੇ ਮੇਰੇ ਘਰ ਵਾਲੀ ਦੇ ਮਨ ਵਿੱਚ ਇਹ ਖਿਆਲ ਨਾ ਆ ਜਾਏ ਕਿ ਉਹ ਗੁਰੂ ਕਾ ਸਿੱਖ ਆਇਆ ਸੀ, ਉਹ ਗਹਿਣੇ ਚੁਰਾ ਕੇ ਲੈ ਗਏ। ਕਹਿਣ ਲੱਗੇ ਕਿ ਅਸੀਂ ਨਹੀਂ ਜਾਗੇ, ਗੂੜੀ ਨੀਂਦ ਵਿੱਚ ਸੁੱਤੇ ਰਹੇ, ਤੇ ਗੂੜੀ ਨੀਂਦ ਵਿੱਚ ਸੌਣ ਕਰਕੇ ਐਸਾ ਜਿਹੜਾ ਇਹ ਭਾਣਾ ਸਾਰਾ ਵਾਪਰਿਆ ਹੈ। ਨਿਸਾ ਹਮਾਰੇ ਘਰ ਸਿੱਖ ਜੋ। ਤੇ ਹੁਣ ਵੇਖੋ ਉਹਦਾ ਪਰਦਾ ਢੱਕ ਰਹੇ ਨੇ। ਕਹਿਣ ਲੱਗੇ ਜਿਹੜਾ ਰਾਤ ਸਮੇਂ ਗੁਰੂ ਕਾ ਸਿੱਖ ਸਾਡੇ ਘਰ ਵਿੱਚ ਚੱਲ ਕੇ ਆਇਆ ਸੀ ਨਾ, ਜਿਹੜਾ ਉਹ ਸਿੱਖ ਇੱਥੇ ਠਹਿਰਿਆ ਸੀ ਸਾਡੇ ਘਰ ਦੇ ਵਿੱਚ, ਉੱਠ ਕਰ ਗਇਓ ਸੁਲੱਜਿਤ ਹੋ। ਉਹ ਵੀ ਤਾਂ ਹੀ ਉੱਠ ਕੇ ਚਲਾ ਗਿਆ ਹੁਣ ਕਿ ਕਿਤੇ ਮੈਨੂੰ ਇੱਥੇ ਲੱਜਤ ਨਾ ਹੋਣਾ ਪਵੇ, ਕਿਤੇ ਮੇਰਾ ਨਾਂ ਨਾ ਲੱਗ ਜਾਵੇ ਵੀ ਗਹਿਣੇ ਉਹ ਲੈ ਗਿਆ। ਤਾਂ ਹੀ ਉਹ ਰਾਤੀ ਜਲਦੀ ਦੇ ਨਾਲ ਹਨੇਰੇ ਇੱਥੋਂ ਚਲਾ ਗਿਆ, ਕਿਉਂਕਿ ਮਨ ਅੰਦਰ ਸੀ ਕਿ ਕੱਲ ਨੂੰ ਜਦੋਂ ਕੋਈ ਵੀ ਸਿੱਖ ਆਏਗਾ ਤੇ ਇਹਦੇ ਮਨ ਅੰਦਰ ਸ਼ੰਕਾ ਨਾ ਪੈਦਾ ਹੋਵੇ, ਇਹਦੇ ਮਨ ਅੰਦਰ ਇਹ ਖਿਆਲ ਨਾ ਹੋਵੇ ਕਿ ਗੁਰੂ ਕੇ ਸਿੱਖ ਚੋਰ ਨੇ, ਅਸੀਂ ਸੇਵਾ ਕਰਦੇ ਆ। ਕਹਿਣ ਲੱਗੇ ਤਾਂ ਹੀ ਉਹ ਵੀ ਰਾਤ ਛੇਤੀ ਨਾਲ ਚਲਾ ਗਿਆ ਕਿ ਮੈਨੂੰ ਲੱਜਤ ਨਾ ਹੋਣਾ ਪਵੇ, ਮੇਰਾ ਨਾਮ ਨਾ ਲੱਗ ਜਾਵੇ। ਦੋਹਰਾ ਸਭ ਦੇਵੇਂਗੇ ਦੋਸ਼ ਮੁਝ ਅਸ ਜਾਨੀ ਮਨ ਮਾਏ। ਕਹਿਣ ਲੱਗੇ ਸਾਰੇ ਮੈਨੂੰ ਦੋਸ਼ ਦੇਣਗੇ। ਉਹਨੇ ਸੋਚਿਆ ਹੋਣਾ ਮਨ ਵਿੱਚ ਕਿ ਸਾਰੇ ਜਦੋਂ ਸਵੇਰ ਸਮੇਂ ਗਹਿਣੇ ਨਾ ਲੱਭੇ ਤੇ ਮੈਨੂੰ ਦੋਸ਼ ਦੇਣਗੇ, ਇਹ ਜਾਣ ਕਰਕੇ ਮਨ ਵਿੱਚ ਗਇਓ ਬੜੀ ਪੁਨ ਸਾਰ ਤੇ ਸਿੱਖ ਦੋਸ਼ ਕਛ ਨਾਏ। ਉਹ ਸਿੱਖ ਨੂੰ ਪਤਾ ਸੀ ਮੇਰਾ ਕੋਈ ਦੋਸ਼ ਨਹੀਂ, ਤਾਂ ਕਰਕੇ ਉਹਦੀ ਰਾਤ ਜਿਹੜਾ ਹੈ ਘਰ ਦੇ ਵਿੱਚੋਂ ਚਲਾ ਗਿਆ। ਚੋਪਈ ਨਿਜ ਤੀਆ ਕੋ ਭੂਖਨ ਕਰਵਾਏ। ਤੇ ਹੁਣ ਕੁਝ ਦਿਨ ਪਾ ਕੇ ਆਪਣੀ ਘਰ ਵਾਲੀ ਨੂੰ ਹੋਰ ਗਹਿਣੇ ਬਣਵਾ ਦਿੱਤੇ। ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਚੋਰ ਲੈ ਗਿਆ ਮੈਂ ਤੈਨੂੰ ਹੋਰ ਗਹਿਣੇ ਬਣਵਾ ਦਿਆਂਗਾ। ਤੇ ਭਾਈ ਮੂਲੇ ਕੀੜ ਨੇ ਹੋਰ ਗਹਿਣੇ ਜਿਹੜੇ ਬਣਵਾ ਕੇ ਘਰ ਵਾਲੀ ਨੂੰ ਦਿੱਤੇ ਹਨ। ਔਰ ਹਰ ਕਿਤ ਤਤ ਛਿਨ ਪਾਏ। ਘਰ ਵਾਲੇ ਬੜੇ ਪ੍ਰਸੰਨ ਹੋਈ ਨਵੇਂ ਗਹਿਣੇ ਵੇਖ ਕੇ। ਉਹ ਉਸੇ ਵਕਤ ਉਹਨੇ ਆਪਣੇ ਸਰੀਰ ਤੇ ਧਾਰਨ ਕਰ ਲਏ। ਕਿਤਕ ਦਿਵਸ ਮੈਂ ਪ੍ਰਭੂ ਟਿਗ ਆਇਓ। ਇਸ ਤਰ੍ਹਾਂ ਦੇ ਨਾਲ ਕੁਝ ਕੁ ਸਮਾਂ ਬੀਤ ਗਿਆ। ਕੁਝ ਕੁ ਸਮੇਂ ਬਾਅਦ
ਭਾਈ ਮੂਲਾ ਕੀੜ ਫਿਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਇਆ। ਨਮਸਕਾਰ ਕਰ ਦਰਸ਼ਨ ਪਾਇਓ। ਸਤਿਗੁਰੂ ਪਾਤਸ਼ਾਹ ਜੀ ਨੂੰ ਆ ਕੇ ਨਮਸਕਾਰ ਕੀਤੇ, ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ। ਕਿਰਪਾ ਨਿਦਾਨ ਕਇਓ ਸੁਨ ਮੂਲਾ। ਅੰਤਰ ਜਾਮੇ ਘਟ ਘਟ ਦੀਆਂ ਜਾਣਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਭਾਈ ਮੂਲੇ ਨੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ, ਗੁਰੂ ਸਾਹਿਬ ਜੀ ਦੇ ਦੀਦਾਰ ਕੀਤੇ, ਤੇ ਭਾਈ ਮੂਲੇ ਕੀੜ ਨੂੰ ਵੇਖ ਕਰਕੇ ਸਤਿਗੁਰ ਕਿਰਪਾ ਨਿਧਾਨ ਕਿਰਪਾ ਦੇ ਖਜ਼ਾਨੇ ਬੋਲੇ, ਕਹਿਣ ਲੱਗੇ ਸੁਣ ਭਾਈ ਮੂਲਿਆ, ਰਿਦਾ ਤੋਰ ਸਿੱਖੀ ਅਨਕੂਲਾ। ਕਹਿਣ ਲੱਗੇ ਤੇਰਾ ਹਿਰਦਾ ਸਿੱਖੀ ਦੇ ਅਨੁਕੂਲ ਹੈ, ਤੂੰ ਆਪਣੇ ਹਿਰਦੇ ਨੂੰ ਸਿੱਖੀ ਦੇ ਅਨੁਕੂਲ ਬਣਾ ਲਿਆ ਹੈ, ਸਿੱਖੀ ਨੂੰ ਕਮਾਉਣਾ ਕੀਤਾ ਹੈ। ਮਮ ਪਰਦਾ ਤੈ ਢਕਿਓ ਬਨਾਈ, ਤੇਰੋ ਢਕ ਹੈ ਗੁਰੂ ਸਦਾਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਿਹੜੇ ਸਾਰਿਆਂ ਦੇ ਪਰਦੇ ਢੱਕਦੇ ਨੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਬੋਲੇ, ਕਹਿਣ ਲੱਗੇ ਭਾਈ ਮੂਲਿਆ ਤੇਰਾ ਹਿਰਦਾ ਸਿੱਖੀ ਦੇ ਅਨੁਕੂਲ ਹੋਇਆ, ਮਮ ਪਰਦਾ ਤੈ ਢਾਕਿਓ ਬਣਾਈ। ਭਾਈ ਮੂਲਿਆ ਤੂੰ ਮੇਰਾ ਪਰਦਾ ਢਕਿਆ, ਉਹ ਜਿਹੜਾ ਸਿੱਖੀ ਦਾ ਲਿਬਾਸ ਪਹਿਨ ਕੇ ਤੇਰੇ ਕੋਲ ਗਿਆ ਸੀ ਨਾ, ਤੂੰ ਮੇਰਾ ਪਰਦਾ ਢਕਿਆ, ਤੇਰੋ ਢਕ ਹੈ ਗੁਰੂ ਸਦਾਏ, ਜਾਂ ਸਦਾ ਹੀ ਗੁਰੂ ਤੇਰੇ ਪਰਦੇ ਢਕੇਗਾ। ਸਤਿ ਸ੍ਰੀ ਅਕਾਲ। ਇੱਥੋਂ ਗੁਰੂ ਪਿਆਰ ਵਾਲਿਓ ਇਹ ਸਿੱਖਿਆ ਸਾਡੇ ਸਾਰਿਆਂ ਲਈ ਹੈ। ਅੱਜ ਵੇਖਦੇ ਆ ਸੋਸ਼ਲ ਮੀਡੀਆ ਦਾ ਯੁੱਗ ਹੈ, ਜੇ ਕਿਤੇ ਸਿੱਖ ਕੋਲੋਂ ਕਿਸੇ ਕੋਲੋਂ ਗਲਤੀ ਹੋ ਵੀ ਜਾਵੇ ਤੇ ਅਸੀਂ ਦੁਨੀਆ ਵਿੱਚ ਉਹਨੂੰ ਛੱਜ 'ਚ ਪਾ ਕੇ ਛੱਟਣ ਤੋਂ ਗੁਰੇਜ਼ ਨਹੀਂ ਕਰਦੇ। ਮਿੰਟ ਲਾਉਂਦੇ ਆ ਕਿ ਮੈਂ ਪਿੱਛੇ ਨਾ ਰਹਿ ਜਾਵਾਂ, ਮੈਂ ਵੀ ਹੁਣੇ ਫਟਾਫਟ ਸੋਸ਼ਲ ਮੀਡੀਆ ਤੇ ਪਾ ਦਿਆਂ। ਗੁਰੂ ਕਾ ਸਿੱਖ ਵੇਖ ਕੇ ਅਣਡਿੱਠ ਕਰਦਾ ਉਹ ਜੀਵਨ ਹੈ ਗੁਰੂ ਕੇ ਸਿੱਖ ਦਾ, ਜਿਹੜਾ ਆਪਾਂ ਹਰ ਰੋਜ਼ ਅਰਦਾਸ ਕਰਦੇ ਆ। ਭਾਈ ਮੂਲੇ ਨੇ ਵੇਖ ਲਿਆ ਸੀ ਉਹ ਪੋਟਲੀ ਡਿੱਗੀ ਹੋਈ, ਪਰ ਦੇਖ ਕੇ ਅਣਡਿੱਠ ਕੀਤਾ, ਉਹ ਚੁੱਕ ਕੇ ਪਕੜਾ ਦਿੱਤੀ। ਪਕੜਾਈ ਨਹੀਂ, ਪਰਦਾ ਵੀ ਢਕਿਆ ਕਿ ਇਹਦੇ ਘਰ ਵਾਲੀ ਦੇ ਮਨ ਅੰਦਰ ਕਿਤੇ ਇਹ ਖਿਆਲ ਨਾ ਆ ਜਾਵੇ ਕਿ ਗੁਰੂ ਨਾਨਕ ਦੇ ਘਰ ਦੇ ਸਿੱਖ ਚੋਰ ਨੇ। ਅੱਜ ਜੇ ਕਿਤੇ ਕਿਸੇ ਦੀ ਗਲਤੀ ਹੋਈ ਹੈ ਤੇ ਅਸੀਂ ਉਹਨੂੰ ਦੁਨੀਆ ਵਿੱਚ ਨਾ ਛੱਟੀਏ। ਜਿੰਨਾ ਵੇਖਦੇ ਆ ਅੱਜ ਕਿਸੇ ਹੋ ਸਕਦਾ ਕਿਸੇ ਹੋਰ ਧਰਮ ਦੀ ਇੰਨੀ ਗੱਲ ਸੋਸ਼ਲ ਮੀਡੀਆ ਤੇ ਨਾ ਮਿਲੇ, ਪਰ ਸਿੱਖਾਂ ਦੀ ਜਦੋਂ ਮਰਜ਼ੀ ਵੇਖ ਲਓ, ਕੋਈ ਉਨੀ ਇੱਕ ਹੀ ਗੱਲ ਹੋ ਗਈ ਫਟਾਫਟ ਅਸੀਂ ਪਾ ਦਿੰਦੇ ਆ, ਗੁਰੇਜ਼ ਕਰੀਏ। ਇੱਥੋਂ ਸਾਨੂੰ ਸਿੱਖਿਆ ਮਿਲਦੀ ਹੈ। ਇਹ ਭਾਈ ਮੂਲੇ ਲਈ ਸਿੱਖਿਆ ਨਹੀਂ, ਸਾਡੇ ਸਾਰਿਆਂ ਲਈ ਸਿੱਖਿਆ ਹੈ। ਆਹ ਕੰਮ ਨਾ ਹੋਇਆ ਜੀ, ਲਓ ਮੈਂ ਹੁਣੇ ਪਾ ਦੇਣਾ ਸੋਸ਼ਲ ਮੀਡੀਆ ਤੇ, ਆਹ ਹੁਣੇ ਪਾ ਦੇਣਾ WhatsApp ਤੇ Facebook ਤੇ ਜੀ। ਗੁਰੂ ਕੇ ਸਿੱਖ ਨੇ ਐਸਾ ਜੀਵਨ ਨਹੀਂ ਬਣਾਉਣਾ। ਗੁਰੂ ਕੇ ਸਿੱਖ ਦੇਖ ਕੇ ਅਣਡਿੱਠ ਕਰਨ ਵਾਲੇ ਨੇ। ਜੇ ਗੁਰੂ ਸਭਨਾਂ ਦੇ ਪਰਦੇ ਕੱਜਦਾ, ਪਰਮੇਸ਼ਰ ਸਭਨਾਂ ਦੇ ਪਰਦੇ ਕੱਜਦਾ, ਕੱਜੇ ਹੋਏ ਨੇ ਨਾ, ਆਪਾਂ ਸਾਰੇ ਬੈਠੇ ਆ, ਪਤਾ ਨਹੀਂ ਕਿਹਦੇ ਮਨ ਵਿੱਚ ਕੀ ਚੱਲ ਰਿਹਾ, ਕਿਹਦੇ ਮਨ ਵਿੱਚ ਕੀ ਚੱਲ ਰਿਹਾ, ਉਹਨੇ ਪਰਦਾ ਢੱਕਿਆ ਹੋਇਆ। ਫਿਰ ਮਨੁੱਖ ਨੂੰ ਕੀ ਹੱਕ ਹੈ ਕਿ ਦੂਜਿਆਂ ਦੇ ਪਰਦੇ ਚੁੱਕਦਾ ਫਿਰੇ। ਇਸ ਕਰਕੇ ਕਹਿਣ ਲੱਗੇ ਭਾਈ ਮੂਲਿਆ ਤੂੰ ਮੇਰਾ ਪਰਦਾ ਢੱਕਿਆ, ਸਿੱਖੀ ਦਾ ਪਰਦਾ ਢੱਕਿਆ, ਜਾਂ ਗੁਰੂ ਤੇਰੇ ਸਦਾ ਹੀ ਪਰਦੇ ਢੱਕੇਗਾ। ਦੋਹਰਾ ਸ਼ਬਦ ਗੁਰੂ ਕੋ ਰਿਦਾ ਹੈ, ਸ਼ਰਵਨ ਮਨਨ ਨਿਧਿਆਸ। ਸ਼ਬਦ ਗੁਰੂ ਦਾ ਹਿਰਦਾ ਹੈ, ਇਹਨੂੰ ਸਰਵਨ ਕਰਨਾ, ਮੰਨਣਾ ਹੈ, ਨਿਧਿਆਸਨ ਤੇ ਇਹਦੀ ਜਿਹੜੀ ਉਹ ਕਮਾਈ ਕਰਨੀ ਹੈ। ਕਰੋ ਸਦਾ ਉਰ ਗਿਆਨ ਹੋਏ, ਬੰਧਨ ਜਗਤ ਵਿਨਾਸ਼। ਗੁਰੂ ਕਾ ਉਪਦੇਸ਼, ਗੁਰੂ ਕਾ ਸ਼ਬਦ ਸੁਣ ਕੇ ਉਹਨੂੰ ਮੰਨਦਾ, ਨਿਧਿਆਸਨ ਉਹਦੀ ਕਮਾਈ ਕਰਦਾ। ਪਾਤਸ਼ਾਹ ਕਹਿੰਦੇ ਜਿਹੜੇ ਕਮਾਈ ਕਰਦੇ ਨੇ ਉਹਨਾਂ ਦੇ ਹਿਰਦੇ ਵਿੱਚ ਫਿਰ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਗਿਆਨਵਾਨ ਹੋ ਜਾਂਦੇ ਨੇ, ਗਿਆਨ ਧਾਰਨ ਕਰ ਲੈਂਦੇ ਨੇ। ਬੰਧਨ ਜਗਤ ਵਿਨਾਸ਼, ਜਗਤ ਦੇ ਜਿੰਨੇ ਵੀ ਬੰਧਨ ਨੇ ਉਹਦੇ ਸਾਰੇ ਵਿਨਾਸ਼ ਖਤਮ ਹੋ ਜਾਂਦੇ ਹਨ। ਚੌਪਈ ਤ੍ਰਿਕਾਲਗ ਦਰਸ਼ੀ ਤੈ ਕਾਲਾ। ਤਿੰਨ ਕਾਲਾਂ ਦਾ ਉਹ ਗਿਆਤਾ ਹੋ ਜਾਂਦਾ ਹੈ, ਤਿੰਨ ਭਵਨਾਂ ਦੀ ਸੋਝੀ ਉਹਨੂੰ ਹੋ ਜਾਂਦੀ ਹੈ। ਪ੍ਰਭੂ ਕਿਰਪਾ ਤੇ ਭਇਓ ਨਿਹਾਲਾ। ਪ੍ਰਭੂ ਦੀ ਕਿਰਪਾ ਦੇ ਨਾਲ
ਨਿਹਾਲ ਹੋ ਜਾਂਦਾ। ਜਿਸ ਤਰ੍ਹਾਂ ਭਾਈ ਮੁੱਲਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਉਪਦੇਸ਼ ਦੀ ਕਮਾਈ ਕਰਕੇ ਨਿਹਾਲ ਹੋਇਆ। ਸਦਨ ਗਿਓ ਹੋਏ ਮੋਹ ਬਿਨਾਹੀ। ਤੇ ਹੁਣ ਆਪਣੇ ਘਰ ਗਿਆ, ਘਰ ਦੇ ਵਿੱਚੋਂ ਮੋਹ ਦਾ ਵਿਨਾਸ਼ ਹੋ ਗਿਆ, ਮੋਹ ਹਿਰਦੇ ਵਿੱਚੋਂ ਖਤਮ ਹੋ ਗਿਆ। ਹੰਤਾ ਤਜ ਹੰਤਾ ਤਜ ਬਰਤ ਜਗ ਮਾਈ। ਹੁਣ ਹਿਰਦੇ ਦੇ ਅੰਦਰੋਂ ਹੰਤਾ ਮਮਤਾ ਖਤਮ ਹੋ ਗਏ ਤੇ ਸੰਸਾਰ ਦੇ ਨਾਲ ਜਿਹੜਾ ਮੋਹ ਸੀ ਉਹ ਹਿਰਦੇ ਵਿੱਚੋਂ ਚਲਾ ਗਿਆ। ਗੁਰੂ ਦੇ ਪਾਵਨ ਉਪਦੇਸ਼ ਦੀ ਕਮਾਈ ਕੀਤੀ ਹੈ। ਭਾਈ ਮੋਲੇ ਕੀੜ ਨੇ ਗੁਰੂ ਸਾਹਿਬ ਜੀ ਦੇ ਕਮਾਈ ਕਰਕੇ ਜੀਵਨ ਸਫਲ ਕਰ ਲਿਆ। ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ, ਨਿਹਾਲ ਹੋ ਗਏ, ਜੀਵਨ ਮੁਕਤ ਹੋ ਗਏ, ਪਰਮ ਪਦਵੀ ਨੂੰ ਪ੍ਰਾਪਤ ਹੋ ਗਏ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਪਾਵਨ ਉਪਦੇਸ਼ ਦੇ ਕਰਕੇ ਭਾਈ ਮੋਲੇ ਕੀੜ ਦਾ ਜਿਹੜਾ ਜੀਵਨ ਹੈ ਉਹ ਧੰਨ ਕਰ ਦਿੱਤਾ, ਸਫਲਾ ਕਰ ਦਿੱਤਾ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਕਰਦੇ ਆ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਅਸੀਸ ਬਖਸ਼ਣੀ ਸਤਿਗੁਰੂ ਪਾਤਸ਼ਾਹ ਅੱਗੇ ਲਈ ਸੁਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਭੂਲੇ ਮਾਰਗ ਜਿਨ ਬਤਾਇਆ, ਭੂਲੇ ਮਾਰਗ ਜਿਨ ਬਤਾਇਆ। ਭੂਲੇ ਮਾਰਗ ਜਿਨੇ ਬਤਾਇਆ, ਭੂਲੇ ਮਾਰਗ ਜਿਨੇ ਬਤਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ। ਪੰਜਨ ਗੁਣ ਤਾਸ, ਹੇ ਸੰਗ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਕੇ ਸਦਾ ਬਵੇਕ। ਹੇ ਅਪਰੰਪਰ ਹਰ ਹਰੇ, ਹੈ ਪੀਓ ਵਣਹਾਰ। ਹੇ ਸੰਤ ਕੈ ਸਦਾ ਸੰਗ, ਧਾਰਾ ਆਧਾਰ। ਹੇ ਠਾਕੁਰ ਹਉ ਦਾਸੁਰ, ਹੈ ਨਿਰਗੁਣ ਗੁਣ ਨਹੀਂ ਕੋ।